Renu, bless you. ਪ੍ਰਭੂ ਤੁਹਾਨੂੰ ਬਲੈਸ ਕਰੇ, ਪ੍ਰਭੂ ਤੁਹਾਨੂੰ ਬਰਕਤ ਦੇਵੇ ਤੇ ਪ੍ਰਭੂ ਦੀ ਆਲਰੇਡੀ ਬਹੁਤ ਸਾਰੀ ਆਪਣੇ ਤੇ ਬਲੈਸਿੰਗ ਵਾ ਤੇ ਅਸੀਂ ਪਰਮੇਸ਼ਰ ਦਾ ਪਿਤਾ ਪਰਮੇਸ਼ਰ ਦਾ ਬਹੁਤ ਧੰਨਵਾਦ ਤੇ ਸ਼ੁਕਰ ਕਰਦੇ ਹਾਂ, ਪ੍ਰਭੂ ਦੀ ਵਡਿਆਈ ਕਰਦੇ ਹਾਂ ਕਿ ਅੱਜ ਦਾ ਦਿਨ ਫੇਰ ਥੈਂਕ ਯੂ ਲਾਰਡ ਜੀਸਸ। ਹਾਂਜੀ, ਅੱਜ ਫੇਰ ਆਪਾਂ ਨੂੰ ਪਰਮੇਸ਼ਰ ਨੇ ਇੱਕ ਨਵਾਂ ਦਿਨ ਦਿੱਤਾ ਹੈ Amen. ਤੇ ਇਸ ਜ਼ਿੰਦਗੀ ਨੂੰ ਆਪਾਂ ਲਾਈਟਲੀ ਨਾ ਲਈਏ, ਕਰਕੇ ਸੱਚੀ ਇਹ ਪ੍ਰਭੂ ਦੀ ਕਿਰਪਾ ਹੈ ਇਸ ਟਾਈਮ ਤੇ ਜੋ ਕੁਛ ਆਪਾਂ ਦੇਖ ਰਹੇ ਹਾਂ। ਮੈਂ ਸਵੇਰੇ ਬਚਨ ਪੜ੍ਹਦੀ ਸੀ ਤੇ ਉੱਥੇ ਇਹੀ ਸੀ ਕਿ ਅਖੀਰੀ ਟਾਈਮ ਬਹੁਤ ਲਾਗੇ ਆ Yep. ਤੇ ਕਹਿੰਦਾ ਕਿ ਹਾਲੇ ਆਉਣ ਵਾਲਾ ਨਹੀਂ, ਕਰਕੇ ਉਸ ਤਰੀਕ ਨੂੰ ਕੋਈ ਜਾਣਦਾ ਨਹੀਂ, ਨਾ ਆਪਾਂ ਜਾਣਦੇ ਨਾ ਕਹਿੰਦੇ ਪਿਤਾ ਪਰਮੇਸ਼ਰ ਹੀ ਇਕੱਲੇ ਜਾਣਦੇ, ਨਾ ਸਵਰਗਦੂਤ ਜਾਣਦੇ ਤੇ ਨਾ ਯਿਸੂ ਮਸੀਹ ਕਹਿੰਦਾ ਮੈਂ ਜਾਣਦਾ, ਪਿਤਾ ਜਾਣਦਾ ਉਸ ਟਾਈਮ ਨੂੰ। ਪਰ ਤੁਸੀਂ ਹੁਸ਼ਿਆਰ ਹੋਵੋ, ਜਾਗੋ। ਸੋ ਆਪਣੇ ਲਈ ਇਹ ਇੱਕ ਨਵਾਂ ਟਾਈਮ ਆ। ਆਪਣੇ Amen. ਚਾਰ ਸਵੇਰੇ ਬਹੁਤ ਕੁਛ ਚੱਲ ਰਿਹਾ ਆ ਤੇ ਆਪਾਂ ਨੂੰ ਜਿਹੜਾ ਬੈਰੀ ਆ ਉਹਦੇ ਵਿੱਚ ਬਿਜ਼ੀ ਰੱਖਣਾ ਚਾਹੁੰਦਾ ਆ Yep. ਤੇ ਬਚਨ ਤੋਂ ਅਲੱਗ ਰੱਖਣਾ ਚਾਹੁੰਦਾ ਆ। ਦੇਖੋ ਆਪਣੀ ਸਾਰੀਆਂ ਚਰਚਿਸ, ਸਾਰੇ ਜਿੰਨੇ ਵੀ ਚੀਜ਼ਾਂ ਉਹ ਬੰਦ ਆ, ਪਰ ਇਸ ਵੇਲੇ ਪ੍ਰਭੂ ਦੀ ਕਿਰਪਾ ਆ ਜੋ ਆਪਾਂ ਆਨਲਾਈਨ ਜਾ ਕੇ ਫੇਰ ਵੀ ਪ੍ਰਭੂ ਦਾ ਵਚਨ ਵੰਡ ਸਕਦੇ ਹਾਂ ਤੇ ਦੇਖ ਸਕਦੇ ਹਾਂ। Amen. ਸੋ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਹਾਂ ਕਿਉਂਕਿ ਸਾਨੂੰ ਬਹੁਤ ਚੀਜ਼ਾਂ 'ਚ ਬੰਦਿਸ਼ ਹੋਈ ਹੋਈ ਆ। ਇੰਗਲੈਂਡ ਦੇ ਵਿੱਚ ਥੋੜਾ ਈਜ਼ ਵਾ, ਪਰ ਜੇ ਆਪਾਂ ਹੋਰ ਨਾ ਮੁਲਕਾਂ 'ਚ ਜਾਂ ਆਪਣੇ ਖਾਸ ਕਰਕੇ ਇੰਡੀਆ ਵਿੱਚ ਦੇਖੀਏ ਤੇ ਉੱਥੇ ਬਹੁਤ ਕੁਛ ਹੋ ਰਿਹਾ ਹੈ। ਸੋ ਆਪਾਂ ਨੂੰ ਬਹੁਤ ਖਿਆਲ ਰੱਖਣਾ, ਪਵਿੱਤਰ ਆਤਮਾ ਦੀ ਆਵਾਜ਼ ਨੂੰ ਸੁਣਦੇ ਰਹੀਏ ਕਿ ਅੱਜ ਦਾ ਉਹ ਸੁਨੇਹਾ ਸਾਨੂੰ ਕੀ ਦੇ ਰਿਹਾ ਹੈ ਤੇ ਉਹਦੇ ਨਾਲ ਜੁੜੇ ਰਹੀਏ। ਉਹ ਤਾਂ ਹੀ ਜੁੜ ਸਕਦੇ ਜਦੋਂ ਅਸੀਂ ਉਹਦੇ ਕੋਲ ਆਉਂਦੇ ਆ ਤੇ ਉਹਦੀ ਗੱਲ ਸੁਣਦੇ ਆ, ਬਚਨ ਦੇ ਵਿੱਚ ਕੀ ਲਿਖਿਆ ਹੈ, ਫੇਰ ਹੀ ਸਾਨੂੰ ਪਤਾ ਲੱਗਦਾ ਆ ਕਿ ਪ੍ਰਭੂ ਦਾ ਵਚਨ ਕੀ ਕਹਿੰਦਾ ਆ ਤੇ ਆਪਾਂ ਕਿਹੜੇ ਮੌਕੇ ਦੇ ਵਿੱਚ ਰਹਿ ਰਹੇ ਹਾਂ ਤੇ ਕਿੱਦਾਂ ਉਹਦੇ ਵਿੱਚ ਹੁਸ਼ਿਆਰ ਰਹਿ ਸਕਦੇ ਹਾਂ Amen. ਜਦੋਂ ਅਸੀਂ ਉਹਦੀ ਹਜ਼ੂਰੀ ਦੇ ਵਿੱਚ ਆਉਂਦੇ ਹਾਂ। ਸੋ ਮੈਂ ਤੁਹਾਡੇ ਅੱਗੇ ਪ੍ਰਾਰਥਨਾ ਕਰਦੀ ਹਾਂ ਕਿ ਇਸ ਦਿਨ ਨੂੰ ਤੁਸੀਂ ਲਾਈਟਲੀ ਨਾ ਲਵੋ, ਪਰ ਪ੍ਰਭੂ ਦਾ ਧੰਨਵਾਦ ਕਰੋ ਕਿ ਅੱਜ ਆਪਾਂ ਜੀਂਦੇ ਹਾਂ ਤੇ ਅੱਜ ਪ੍ਰਭੂ ਯਿਸੂ ਮਸੀਹ ਦੇ ਵਚਨ ਨੂੰ ਆਪਾਂ ਦੇਖ ਸਕਦੇ ਹਾਂ, ਪੜ੍ਹ ਸਕਦੇ ਹਾਂ, ਪ੍ਰਾਰਥਨਾ ਕਰ ਸਕਦੇ ਹਾਂ। ਆਪਣੇ ਬਹੁਤ ਸਾਰੇ ਲੋਕਾਂ ਕੋਲ ਬਾਈਬਲਾਂ ਹੈਗੀਆਂ ਆ, ਇੰਟਰਨੈਟ ਹੈਗੇ ਆ, ਟੀਵੀ ਹੈਗੇ ਆ, ਬਹੁਤ ਚੀਜ਼ਾਂ ਦੇ ਰਾਹੀਂ ਅੱਜ ਵਚਨ ਸੁਣ ਸਕਦੇ ਹਾਂ। ਪਰ ਫੇਰ ਵੀ ਬੈਰੀ ਸਾਡਾ ਸਾਨੂੰ ਬਿਜ਼ੀ ਰੱਖਣਾ ਚਾਹੁੰਦਾ ਹੈ ਤੇ ਉਹ ਸਾਨੂੰ ਇਸ ਕਰਕੇ ਬਿਜ਼ੀ ਨਹੀਂ ਰੱਖਣਾ ਚਾਹੁੰਦਾ ਕਰਕੇ ਉਹ ਸਾਨੂੰ ਪਿਆਰ ਕਰਦਾ, ਇਸ ਕਰਕੇ ਰੱਖਣਾ ਚਾਹੁੰਦਾ ਕਿਤੇ ਅਸੀਂ ਪ੍ਰਭੂ ਦੇ ਭੇਤ ਦੀ ਗੱਲ ਨੂੰ ਜਾਣ ਨਾ ਲਈਏ। ਸੋ ਇਸ ਕਰਕੇ ਆਪਾਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਇਸ ਦਿਨ ਵਾਸਤੇ ਜੋ ਉਹਨੇ ਸਾਨੂੰ ਦਿੱਤਾ ਕਿ ਅਸੀਂ ਫੇਰ ਉਹਦੇ ਦਿਨ ਦੇ ਇਸ ਦਿਨ ਦੇ ਵਿੱਚ ਜੀਂਦੇ ਹਾਂ ਤੇ ਕੁਛ ਕਰਨ ਨੂੰ ਵੀ ਉਹ ਕਹਿੰਦਾ ਸਾਨੂੰ। ਆਮੇਨ। ਸੋ ਅੱਜ ਅਸੀਂ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ, ਕਿਉਂਕਿ ਪ੍ਰਭੂ ਦਾ ਵਚਨ ਦੱਸਦਾ ਕਿ ਜਿੱਥੇ ਵੀ 2 ਜਾਂ 3 ਮੇਰੇ ਨਾਂ ਦੇ ਵਿੱਚ ਇਕੱਠੇ ਹੋਣਗੇ ਮੈਂ ਉਹਨਾਂ ਦੇ ਵਿਚਕਾਰ ਹਾਂ। ਤੇ ਮੇਰੇ ਖਿਆਲ ਆਪਾਂ ਬਹੁਤ ਜਣੇ ਇਸ ਵੇਲੇ ਜੁੜ ਰਹੇ ਆ ਤੇ ਪ੍ਰਭੂ ਦਾ ਧੰਨਵਾਦ ਕਰਦੇ ਕਿ ਪ੍ਰਭੂ ਜਿੱਥੇ ਜਿੱਥੇ ਵੀ ਆਪਾਂ ਹੈਗੇ ਆ ਉਹ ਸਾਡੇ ਨਾਲ ਵਾ। Amen. ਕਿਉਂਕਿ ਉਹਨੂੰ ਕੋਈ ਡਿਸਟੈਂਸ ਨਹੀਂ ਹੈਗਾ ਵੀ ਉਹ ਕਿੱਥੇ ਆ, ਤੁਸੀਂ ਕਿੱਥੇ ਤੇ ਅਸੀਂ ਕਿੱਥੇ ਆ। ਉਹ ਹਰ ਜਗ੍ਹਾ ਦੇ ਵਿੱਚ ਆ ਤੇ ਹਰ ਦਿਲ ਨੂੰ ਜਾਂਚਦਾ ਤੇ ਜਾਣਦਾ ਹੈ। ਸੋ ਆਜੋ ਆਪਾਂ ਆਪਣੇ ਸਾਰੇ ਕੰਮਾਂ ਤੋਂ ਵੇਲ ਕੱਢ ਕੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਚੱਲੀਏ ਤੇ ਉਹਦੀ ਤਾਜ਼ਗੀ ਇੱਕ ਵਾਰੀ ਫੇਰ ਪਾਈਏ, ਕਿਉਂਕਿ ਬਚਨ ਹਰ ਰੋਜ਼ ਨਵਾਂ ਆ। ਜਿੱਦਾਂ ਆਪਣੇ ਲਈ ਇੱਕ ਦਿਨ ਨਵਾਂ ਆ, ਬਚਨ ਵੀ ਨਵਾਂ ਆ। Amen. ਤੇ ਇਸ ਕਰਕੇ ਆਪਾਂ ਬਹੁਤ ਧਿਆਨ ਨਾਲ ਸੁਣਨਾ ਤੇ ਜਿੰਨੇ ਦੇਖ ਰਹੇ ਆ ਤੁਸੀਂ ਇਹ ਲਿੰਕ, ਮੈਨੂੰ ਪਤਾ ਤੁਸੀਂ ਆਲਰੇਡੀ ਸ਼ੇਅਰ ਵੀ ਕਰਦੇ ਆ ਤੇ ਪਲੀਜ਼ ਹੋਰ ਵੀ ਸ਼ੇਅਰ ਕਰੋ ਤਾਂ ਕਿ ਆਪਣੇ ਹੋਰ ਭੈਣ ਭਰਾ, ਨੌਜਵਾਨ, ਬੱਚੇ ਜ਼ਰੂਰ ਇਸ ਬਚਨ ਦੇ ਰਾਹੀਂ ਬਰਕਤ ਪਾਉਣ। ਜਿੱਥੇ ਵੀ ਤੁਸੀਂ ਹੈਗੇ ਕਿਸੇ ਨਾ ਕਿਸੇ ਤਰ੍ਹਾਂ ਜਿੱਦਾਂ ਪ੍ਰਭੂ ਤੁਹਾਨੂੰ ਚਾਹੁੰਦਾ ਆ ਉਦਾਂ ਹੀ ਪ੍ਰਭੂ ਦਾ ਕੰਮ ਸ਼ੁਰੂ ਕਰ ਲਓ, ਕਿਉਂਕਿ ਪ੍ਰਭੂ ਕਹਿੰਦਾ ਬਲ ਤੇ ਜ਼ੋਰ ਮੈਂ ਤੁਹਾਨੂੰ ਦਿੰਦਾ, That's right. ਵਿਜ਼ਡਮ ਵੀ ਉਹ ਦਊਗਾ। ਪਰ ਆਪਾਂ ਸੁੱਤੇ ਨਹੀਂ ਰਹਿਣਾ, ਜਾਗਦੇ ਰਹਿਣਾ ਆ। ਤੇ ਇਸ ਵੇਲੇ ਆਪਾਂ ਮਾਰਕਸ ਦੀ ਕਿਤਾਬ, ਜਿਹੜਾ ਮਾਰਕ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ, ਉਹਦਾ 5ਵਾਂ ਚੈਪਟਰ 25 ਤੋਂ ਲੈ ਕੇ ਆਪਾਂ 34 ਤੱਕ ਪੜਾਂਗੇ। ਠੀਕ ਆ, ਮਾਰਕਸ 5 25 ਤੋਂ ਲੈ ਕੇ 34 ਤੱਕ। ਮਾਰਕ 5 verse 25 to 34। Amen. ਇੱਥੇ ਇੱਦਾਂ ਲਿਖਿਆ,
ਤਦ ਇੱਕ ਜਨਾਨੀ ਜਿਹਨੂੰ 12 ਵਰ੍ਹਿਆਂ ਤੋਂ ਲਹੂ ਆਉਂਦਾ ਸੀ ਔਰ ਜਿਨ ਬਹੁਤ ਹਕੀਮਾਂ ਦੇ ਹੱਥੋਂ ਵੱਡਾ ਦੁੱਖ ਪਾਇਆ ਅਤੇ ਆਪਣਾ ਸਭ ਕੁਝ ਖਰਚ ਕਰ ਦਿੱਤਾ ਸੀ, ਪਰ ਕੁਝ ਵੀ ਆਰਾਮ ਨਾ ਪਾਇਆ, ਸਗੋਂ ਉਹਦਾ ਹੋਰ ਵੀ ਮਾੜਾ ਹਾਲ ਹੋ ਗਿਆ ਸੀ। ਉਹ ਯਿਸੂ ਦੀ ਖਬਰ ਸੁਣ ਕੇ ਭੀੜ ਵਿੱਚ ਪਿੱਛੋਂ ਦੀ ਹੋ ਕੇ ਆਈ ਅਤੇ ਉਹਦਾ ਕੱਪੜਾ ਛੋਹ ਲਿਆ, ਕਿਉਂ ਜੋ ਉਸ ਆਖਿਆ, ਜੇ ਮੈਂ ਨਿਰਾ ਉਹਦੇ ਕੱਪੜੇ ਨੂੰ ਹੀ ਛੂਹਾਂ ਤਾਂ ਚੰਗੀ ਹੋ ਜਾਵਾਂਗੀ। That's right. ਅਤੇ ਉਵੇਂ ਉਸਦੇ ਲਹੂ ਦਾ ਬਹਾਉ ਸੁੱਕ ਗਿਆ ਔਰ ਉਹਨ ਆਪਣੇ ਸਰੀਰ ਵਿੱਚ ਮਲੂਮ ਕਰ ਲਿਆ, ਜੋ ਮੈਂ ਇਸ ਬਲਾ ਤੋਂ ਛੁੱਟੀ। ਅਤੇ ਯਿਸੂ ਨੇ ਉਸ ਵੇਲੇ ਆਪਣੇ ਮਨ ਵਿੱਚ ਜਾਣ ਕੇ ਜੋ ਮੇਰੇ ਵਿੱਚੋਂ ਸ਼ਕਤੀ ਨਿਕਲੀ ਹੈ, ਉਸ ਭੀੜ ਦੀ ਵੱਲ ਮੁੜ ਕੇ ਕਿਹਾ, ਮੇਰੇ ਕੱਪੜੇ ਨੂੰ ਕਿਹਨੇ ਛੋਹਿਆ? ਉਹਦੇ ਚੇਲਿਆਂ ਨੇ ਉਹਨੂੰ ਆਖਿਆ, ਤੂੰ ਵੇਖਦਾ ਹੈ ਜੋ ਲੋਕ ਤੈਨੂੰ ਦਬਾਉਂਦੇ ਹਨ, ਫਿਰ ਤੂੰ ਕਹਿੰਦਾ ਹੈ ਮੈਨੂੰ ਕਿਹਨੇ ਛੋਹਿਆ? ਅਤੇ ਉਹਨੇ ਇੱਧਰ ਉੱਧਰ ਨਜ਼ਰ ਮਾਰੀ ਪਈ ਇਸ ਕੰਮ ਦੇ ਕਰਨ ਵਾਲੀ ਨੂੰ ਵੇਖੀ। ਤਦ ਉਹ ਜਨਾਨੀ ਜੋ ਕੁਝ ਉਸ ਉੱਤੇ ਬੀਤਿਆ ਸੀ ਜਾਣ ਕੇ ਡਰਦੀ ਅਤੇ ਕੰਬਦੀ ਆਈ ਅਤੇ ਉਹਦੇ ਚਰਨਾਂ ਉੱਤੇ ਡਿੱਗ ਕੇ ਸਾਰੀ ਹਕੀਕਤ ਉਹਨੂੰ ਦੱਸ ਦਿੱਤੀ। ਤਾਂ ਉਹਨੇ ਉਸ ਨੂੰ ਆਖਿਆ, ਹੇ ਬੇਟੀ, ਤੇਰੀ ਨਿਹਚਾ ਨੇ ਤੈਨੂੰ ਚੰਗਾ ਕੀਤਾ ਹੈ, ਸਲਾਮਤ ਚਲੀ ਜਾ ਅਤੇ ਆਪਣੀ ਬਲਾ ਤੋਂ ਬਚੀ ਰਹਿ। ਆਮੇਨ। Amen. ਹਾਂਜੀ, Amen. ਆਜੋ Praise the ਆਪਾਂ ਹੁਣ Lord. ਪ੍ਰਾਰਥਨਾ ਕਰਦੇ ਹਾਂ ਪ੍ਰਭੂ ਦੇ ਬਚਨ ਵਾਸਤੇ, ਆਪਣੇ ਲੋਕਾਂ ਵਾਸਤੇ, ਤਾਂ ਕਿ ਆਪਾਂ ਫ੍ਰੀਲੀ ਹੋ ਕੇ ਪ੍ਰਭੂ ਦਾ ਵਚਨ ਸੁਣ ਸਕੀਏ। ਆਜੋ ਸਾਰੇ ਜਣੇ ਆਪਾਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਉਹਦਾ ਧੰਨਵਾਦ ਕਰਦੇ ਹਾਂ। ਸੱਚੇ ਪਿਤਾ ਪਰਮੇਸ਼ਰ ਜੀ, ਅਸੀਂ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦੇ ਹਾਂ ਇਸ ਦਿਨ ਵਾਸਤੇ ਜੋ ਤੁਸੀਂ ਸਾਨੂੰ ਦਿੱਤਾ, ਜਿਹਦੇ ਵਿੱਚ ਤੁਸੀਂ ਸਾਨੂੰ ਇੱਕ ਜੀਵਨ ਇੱਕ ਦਿਨ ਦੇ ਵਿੱਚ ਹੋਰ ਦਿੱਤਾ ਆ। ਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ, ਤੁਸੀਂ ਸਾਨੂੰ ਬੁਰੇ ਖਤਰੇ ਖੌਫ ਤੋਂ ਬਚਾ ਕੇ ਰੱਖਿਆ, ਸਾਡੀਆਂ ਫੈਮਲੀਆਂ ਦੇ ਵਿੱਚ ਆਪਣੀ ਕਿਰਪਾ ਰੱਖੀ ਹੈ। ਧੰਨਵਾਦ ਕਰਦੀ ਪ੍ਰਭੂ ਜੀ, ਤੁਸੀਂ ਸਾਨੂੰ ਬਹੁਤ ਹੀ ਪਿਆਰ ਕੀਤਾ ਔਰ ਸਾਡੇ ਪਾਪ ਜਿਹੜੇ ਸੀਗੇ ਉਹ ਕ੍ਰਾਸ ਦੇ ਉੱਤੇ ਆਪਣੇ ਪੁੱਤਰ ਦੇ ਉੱਤੇ ਲੱਦ ਦਿੱਤੇ ਔਰ ਸਾਨੂੰ ਉਹਨਾਂ ਨੇ ਫ੍ਰੀ ਕਰ ਦਿੱਤਾ। ਤਾਂ ਹੀ ਅੱਜ ਅਸੀਂ ਤੁਹਾਨੂੰ ਪਿਤਾ ਕਹਿ ਸਕਦੇ ਹਾਂ, ਕਿਉਂਕਿ ਯਿਸੂ ਮਸੀਹ ਨੇ ਸਾਡੇ ਪਾਪ ਕ੍ਰਾਸ ਦੇ ਉੱਤੇ ਚੱਕੇ, ਆਪਣੇ ਸਰੀਰ ਦੇ ਉੱਤੇ ਸ਼ੈਂਟੇ ਖਾਧੇ ਤਾਂ ਕਿ ਅਸੀਂ ਬਿਮਾਰੀਆਂ ਤੋਂ ਸ਼ਿਫਾ ਪਾ ਸਕੀਏ। ਔਰ ਧੰਨਵਾਦ ਕਰਦੀ ਇਸ ਪਿਆਰ ਵਾਸਤੇ, ਇਸ ਪੱਖ ਵਾਸਤੇ, ਇਸ ਕੁਰਬਾਨੀ ਵਾਸਤੇ, ਜਿਹਦੇ ਨਾਲ ਅਸੀਂ ਨਰਕਾਂ ਦੀ ਅੱਗ ਤੋਂ ਬਚ ਕੇ ਅੱਜ ਤੁਹਾਨੂੰ ਪਿਤਾ ਕਹਿ ਸਕਦੇ ਹਾਂ। ਜਿਹੜਾ ਸਾਡਾ ਟੁੱਟਾ ਰਿਸ਼ਤਾ ਸੀਗਾ ਉਹ ਤੁਸੀਂ ਸਾਡਾ ਆਪਣੇ ਨਾਲ ਜੋੜਿਆ, ਕਿਉਂਕਿ ਤੁਸੀਂ ਆਪਣੇ ਪੁੱਤਰ ਦੀ ਬਲੀ ਦੇਤੀ ਸਾਡੇ ਪਾਪਾਂ ਦੀ ਖਾਤਰ। ਇਹੀ ਕੀਮਤ ਸੀਗੀ ਸਾਡੇ ਪਾਪਾਂ ਦੀ ਕਿ ਯਿਸੂ ਮਸੀਹ ਦਾ ਪਵਿੱਤਰ ਖੂਨ ਜਿਹੜਾ ਸੀਗਾ ਉਹ ਸਾਡੇ ਵਾਸਤੇ ਕੁਰਬਾਨ ਕੀਤਾ ਗਿਆ, ਬਹਾਇਆ ਗਿਆ ਔਰ ਬਲੀ ਚੜ ਗਿਆ। ਪਰ ਮੈਂ ਧੰਨਵਾਦ ਕਰਦੀ ਹਾਂ ਕਿ ਉਹ ਮਾਰਿਆ ਗਿਆ, ਕਬਰ 'ਚ ਗਿਆ, ਪਰ ਤੀਜੇ ਦਿਨ ਜਿੰਦਾ ਹੋ ਗਿਆ ਔਰ ਫਤਿਹ ਪਾ ਲਈ ਮੌਤ 'ਤੇ, ਤਾਂ ਕਿ ਅਸੀਂ ਵੀ ਉਹਦੇ ਵਿੱਚ ਫਤਿਹ ਪਾ ਸਕਦੇ ਹਾਂ। ਅਸੀਂ ਵੀ ਜਦੋਂ ਉਹਨੂੰ ਕਬੂਲ ਕਰਦੇ ਹਾਂ ਤੇ ਅਸੀਂ ਵੀ ਮੌਤ ਦੇ ਉੱਤੇ ਫਤਿਹ ਪਾਉਂਦੇ ਹਾਂ। ਅਸੀਂ ਤੇਰਾ ਧੰਨਵਾਦ, ਤੇਰਾ ਸ਼ੁਕਰ ਕਰਦੇ ਹਾਂ ਔਰ ਪ੍ਰਾਰਥਨਾ ਕਰਦੇ ਹਾਂ ਇਸ ਵੇਲੇ ਪ੍ਰਭੂ ਜੀ, ਜੋ ਬਚਨ ਅੱਜ ਬੋਲਿਆ ਜਾਵੇ ਇਹ ਸਿਰਫ ਤੇ ਸਿਰਫ ਤੇਰੇ ਨਾਂ ਨੂੰ ਜਲਾ ਲਾਵੇ ਔਰ ਤੇਰੇ ਲੋਕਾਂ ਦੀ ਮਦਦ ਹੋ ਸਕੇ। ਜਿੰਨੇ ਵੀ ਅੱਜ ਲੋਕ ਤੇਰੇ ਪਿਆਰੇ ਚੁਣੇ ਹੋਏ ਲੋਕ ਆ, ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਕਰਦੇ ਪ੍ਰਭੂ ਜੀ, ਉਹਨਾਂ ਦੇ ਨਾਲ ਇਹ ਸਹੀ ਤਰੀਕੇ ਤੱਕ ਬਚਨ ਪਹੁੰਚ ਸਕੇ ਔਰ ਉਹਨਾਂ ਦੇ ਦਿਲਾਂ ਦੇ ਵਿੱਚ ਘਰ ਕਰ ਸਕੇ। ਅਸੀਂ ਯਿਸੂ ਮਸੀਹ ਦੇ ਮਿੱਠੇ ਤੇ ਜਲਾਲੀ ਨਾਂ ਦੇ ਵਿੱਚ ਮੰਗਦੇ ਤੇ ਪਾਉਂਦੇ ਹਾਂ। ਆਮੇਨ। Amen. Amen. Hallelujah. ਥੈਂਕ ਯੂ Praise ਫਾਦਰ, God. ਪ੍ਰੇਜ਼ ਯੂ। ਹਾਂਜੀ, ਆਪਾਂ ਪਾਸਟਰ ਜੀ ਨੂੰ ਕਹਿੰਦੇ ਆਪਣੇ ਨਾਲ ਬਚਨ ਸ਼ੇਅਰ ਕਰਨ ਹੁਣ, ਜਿੱਦਾਂ ਵੀ ਪ੍ਰਭੂ ਉਹਨਾਂ ਨੂੰ ਲੀਡ ਕਰਦਾ ਹੈ। Thank you, Father. Thank ਥੈਂਕ ਯੂ you. ਫਾਦਰ, Thank you. ਪ੍ਰੇਜ਼ ਯੂ ਲਾਰਡ। ਜ਼ਰੂਰ ਆਪਾਂ ਇਸ ਵਚਨ ਦੇ ਵਿੱਚੋਂ ਦੇਖਦੇ ਆਏ ਆ, ਜਿਹੜਾ ਆਪਾਂ ਇਹਨਾਂ ਨੂੰ ਟਾਈਟਲ ਦਿੱਤਾ ਸੀਗਾ, ਫਾਈਟਿੰਗ ਦ ਗੁੱਡ ਫਾਈਟ ਆਫ ਫੇਥ। ਨੇਚਾ ਦੀ ਚੰਗੀ ਲੜਾਈ ਲੜਨੀ। ਬਹੁਤ ਲੋਕੀ ਲੜਾਈਆਂ ਲੜਦੇ ਆ ਪਰ ਉਹ ਚੰਗੀਆਂ ਲੜਾਈਆਂ ਨਹੀਂ ਹੈਗੀਆਂ। ਪਰ ਇੱਥੇ ਆਪਾਂ ਨੂੰ ਦੱਸਦਾ ਆ, ਫਾਈਟ ਦ ਗੁੱਡ ਫਾਈਟ ਆਫ ਫੇਥ। ਜਿਹੜੀ ਨੇਚਾ ਦੀ ਲੜਾਈ ਆ ਉਹ ਚੰਗੀ ਲੜਾਈ ਆ। ਜੇ ਅਸੀਂ ਜਿਹੜੀ ਸਾਡੀ ਇਹ ਲੜਾਈ ਆ, ਜਿਹੜੀ ਸਾਨੂੰ ਪਛਾਣਨ ਦੀ ਵੀ ਜ਼ਰੂਰਤ ਆ, ਇਹ ਜਿਹੜਾ ਆਪਾਂ ਪੜ੍ਹਿਆ ਸੀਗਾ ਇਹ ਟਿਮਥੀ ਦੇ ਵਿੱਚੋਂ ਸੀ, ਜਿਸ ਤੋਂ ਆਪਾਂ ਸ਼ੁਰੂ ਕੀਤਾ ਸੀਗਾ। ਪਹਿਲਾ ਟਿਮਥੀ ਉਹਦਾ 6ਵਾਂ ਚੈਪਟਰ ਉਹਦੀ 12ਵੀਂ ਆਇਤ ਦੇ ਵਿੱਚੋਂ ਆਪਾਂ ਦੇਖਦੇ, ਜਿੱਥੇ ਪੌਲ ਟਿਮਥੀ ਨੂੰ ਦੱਸਦਾ ਆ ਵੀ ਇਹ ਚੰਗੀ ਲੜਾਈ ਲੜਦੇ ਰਹਿਣਾ ਆ। ਓਕੇ, ਇਹ ਇੱਕ ਟਾਈਮ ਵਾਲਾ ਕੰਮ ਨਹੀਂ ਹੈਗਾ,
ਇਹ ਕੰਟੀਨਿਊਲੀ ਸੀ, ਜਿੰਨਾ ਚਿਰ ਆਪਾਂ ਇਸ ਧਰਤੀ ਦੇ ਉੱਤੇ ਆ ਆਪਣੀ ਇਹ ਲੜਾਈ ਲੱਗੀ ਰਹਿਣੀ ਆ ਕਰਕੇ ਆਪਣਾ ਬੈਰੀ ਸੱਚਮੁੱਚ ਆ ਤੇ ਉਹ ਆਪਾਂ ਨੂੰ ਹਰਾਉਣਾ ਚਾਹੁੰਦਾ, ਉਹ ਆਪਾਂ ਨੂੰ ਨਾਸ਼ ਕਰਨਾ ਚਾਹੁੰਦਾ, ਉਹ ਬਿਮਾਰੀਆਂ ਸਾਡੇ ਤੇ ਲਿਆਉਣਾ ਚਾਹੁੰਦਾ, ਗਰੀਬ ਰੱਖਣਾ ਚਾਹੁੰਦਾ ਆ, ਫੈਮਲੀਆਂ ਨੂੰ ਜੁਦੀਆਂ ਕਰਨਾ ਚਾਹੁੰਦਾ ਆ। ਸੋ ਇਸ ਕਰਕੇ ਸਾਨੂੰ ਇਹ ਲੜਾਈ ਕਰਨ ਦੀ ਤਿਆਰ ਆ ਵੀ ਕਸਰਿੰਦਰ ਸਾਡੇ ਵਾਸਤੇ ਪੜੂਗੀ ਤਾਂ ਫਿਰ ਆਪਾਂ ਇੱਥੋਂ ਗਾਹ ਵੱਧਦੇ ਆ। ਹਾਂਜੀ, ਪਹਿਲਾ ਤਿਮੋਥੀਅਸ ਉਹਦਾ 6ਵਾਂ ਚੈਪਟਰ ਤੇ 12ਵੀਂ ਆਇਤ ਵਾ। 1 Timothy chapter 6 verse 12। ਹਾਂਜੀ, ਨੇਚਾ ਦੀ ਚੰਗੀ ਲੜਾਈ ਲੜ, ਸਦੀਪਕ ਜੀਵਨ ਨੂੰ ਫੜ, ਜਿਹਦੇ ਲਈ ਤੂੰ ਸੱਦਿਆ ਗਿਆ ਅਤੇ ਤੈਂ ਬਹੁਤਿਆਂ ਗਵਾਹਾਂ ਦੇ ਅੱਗੇ ਪੱਕਾ ਕਰਾਰ ਕੀਤਾ ਸੀ। ਜਿੰਨੇ ਵੀ ਮਸੀਹ ਦੇ ਵਿੱਚ ਆ ਉਹਨਾਂ ਨੂੰ ਇੱਕੋ ਹੀ ਲੜਾਈ ਕਰਨ ਨੂੰ ਪ੍ਰਭੂ ਨੇ ਬੁਲਾਇਆ, ਉਹ ਨੇਚਾ ਦੀ ਲੜਾਈ। ਉਹ ਜਿਹੜੀ ਲੜਾਈ ਆ ਸਾਡੀ ਖੂਨ ਤਾਂ ਮਾਸ ਨਾਲ ਨਹੀਂ ਹੈਗੀ। ਇਹਦਾ ਕੀ ਮਤਲਬ? ਜਿਹੜੇ ਸਾਡੇ ਭਰਾ ਭੈਣ ਸਾਨੂੰ ਦੀਦੇ ਆ ਉਹਨਾਂ ਨਾਲ ਲੜਾਈ ਨਹੀਂ ਹੈਗੀ। ਉਹ ਕਿਹੜੀ ਚੀਜ਼ ਦੇ ਨਾਲ ਲੜਾਈ ਆ ਆਪਾਂ ਅੱਗੇ ਦੇਖਿਆ ਸੀ, ਪਰ ਹੁਣ ਆਪਾਂ ਇੱਕ ਵਾਰੀ ਆਪਣੇ ਆਪ ਨੂੰ ਰਿਮਾਈਂਡ ਕਰਾਉਂਦੇ ਆ। Ephesians ਦੀ ਕਿਤਾਬ The Book of Ephesians chapter 6 verse 12 ਆਪਣੇ ਵਾਸਤੇ ਸਿੰਧ ਪੰਜਾਬੀ ਦੇ ਵਿੱਚ ਪੜੂਗੀ ਤੇ ਇੱਥੇ ਆਪਾਂ ਦੱਸਦੀ ਆਪਣੇ ਕਿਹਦੇ ਨਾਲ ਲੜਾਈ ਆ। ਓਕੇ, ਆਪਾਂ ਨੂੰ ਹਰ ਵੇਲੇ ਆਦਮੀ ਦੀਦੇ ਹੁੰਦੇ ਆ, ਅਸੀਂ ਆਦਮੀਆਂ ਦੇ ਨਾਲ ਲੜਾਈ ਕਰਦੇ, ਪਰ ਪ੍ਰਭੂ ਆਪਾਂ ਨੂੰ ਇੱਥੇ ਦੱਸਦਾ ਆ, ਬਾਈਬਲ ਆਪਾਂ ਨੂੰ ਬਹੁਤ ਸਾਫ਼-ਸਾਫ਼ ਦੱਸਦੀ ਆ, ਅਸੀਂ ਆਦਮੀਆਂ ਦੇ ਨਾਲ ਨਹੀਂ ਲੜਨਾ ਹੈਗਾ। ਇਸ ਦੁਨੀਆ ਵਿੱਚ ਆਪਣੀ ਲੜਾਈ ਉਹਨਾਂ ਦੇ ਨਾਲ ਨਹੀਂ ਹੈਗੀ। ਓਕੇ, ਸੋ ਸਿੰਦਰ ਆਪਾਂ ਨੂੰ ਪੜ੍ਹ ਕੇ ਸੁਣਾਉਂਦੀ ਹੈ ਤਾਂ ਫਿਰ ਆਪਾਂ ਗਾਹ ਵੱਧਦੇ ਹਾਂ। ਅਫਸੀਆਂ ਚੈਪਟਰ 6 ਤੇ ਵਰਸ 12। Ephesians chapter 6 verse 12। ਕਿਉਂ ਜੋ ਸਾਡੀ ਲੜਾਈ ਲਹੂ ਅਤੇ ਮਾਸ ਦੇ ਨਾਲ ਨਹੀਂ, ਸਗੋਂ ਹਕੂਮਤਾਂ, ਇਖਤਿਆਰਾਂ ਅਤੇ ਇਸ ਅੰਧਗੋੜ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ ਜੋ ਸੁਰਗੀ ਥਾਵਾਂ ਦੇ ਵਿੱਚ ਹਨ। ਆਮੇਨ, ਆਮੇਨ। ਸੋ ਇੱਥੇ ਬਹੁਤ ਆਰਗੇਨਾਈਜ਼ਡ ਆ ਉਹ, ਐਵੇਂ ਨਹੀਂ ਬਈ ਜਿੱਦਾਂ ਵੀ ਤੁਰੇ ਫਿਰਦੇ ਜੋ ਮਰਜ਼ੀ ਕਰਨ, ਨਹੀਂ, ਉਹ ਡਿਲੀਬਰੇਟਲੀ ਉਹ ਪਲਾਨ ਬਣਾ ਕੇ ਆਪਣੇ ਨਾਲ ਲੜਨ ਆਏ ਹੋਇਆ, ਪਲਾਨ ਬਣਾ ਕੇ ਤੁਹਾਡੇ ਨਾਲ ਲੜਨ ਆਏ ਹੋਇਆ। ਉਹਨਾਂ ਦੀ ਕੀ ਲੜਾਈ ਆ? ਪਹਿਲਾਂ ਉਹਨਾਂ ਦੀ ਲੜਾਈ ਇਹ ਆ ਬਈ ਇਹਨਾਂ ਨੂੰ ਅਸੀਂ ਪ੍ਰਭੂ ਤੋਂ ਦੂਰ ਰੱਖਣਾ, ਯਿਸੂ ਮਸੀਹ ਨੂੰ ਜਾਣਨ ਨਾਲ ਆਪਾਂ। ਤਾਂ ਵਿੱਚ ਉਹਨਾਂ ਦੀ ਇਹ ਵੀ ਲੜਾਈ ਹੈਗੀ ਆ, ਇਹਨਾਂ ਨੂੰ ਨਾਸ਼ ਕਿੱਦਾਂ ਕਰਨਾ ਹੈ, ਇਹਨਾਂ ਦੇ ਪਰਿਵਾਰ ਦੇ ਵਿੱਚ ਗੜਬੜ ਕਿੱਦਾਂ ਲਿਆਉਣੀ ਆ, ਇਹਨਾਂ ਦੀ ਸਿਹਤ ਦੇ ਵਿੱਚ ਗੜਬੜ ਕਿੱਦਾਂ ਲਿਆਉਣੀ ਆ। ਇਹ ਸਾਰੀਆਂ ਉਹਦੀਆਂ ਲੜਾਈ ਦੇ ਨਾਸ਼ ਕਰਨ ਵਾਲਾ ਉਹ ਆ। ਕਰਕੇ ਜੀਸਸ ਆਪਾਂ ਨੂੰ ਇੱਦਾਂ ਦੱਸਦਾ ਜੀ, ਅੱਜ ਆਪਾਂ ਪੜ੍ਹਨਾ ਨਹੀਂ ਹੈਗਾ ਪਰ ਮੈਂ ਕੋਟ ਕਰਦਾ ਯਹੂਨਾ ਦੇ ਵਿੱਚੋਂ ਉਹਦਾ ਚੈਪਟਰ 10 ਤੇ ਉਹਦੀ 10ਵੀਂ ਆਇਤ ਵਿੱਚ ਉਹ ਦੱਸਦਾ ਆ, ਕਹਿੰਦਾ the enemy comes, ਕਹਿੰਦਾ ਬੈਰੀ ਚੋਰ ਆਉਂਦਾ ਚੋਰੀ ਕਰਨ, ਨਾਸ਼ ਕਰਨ ਤੇ ਮਾਰਨ। ਸੱਚੀ ਇਹ ਹੀ ਉਹਦਾ ਕੰਮ ਆ। ਸ਼ੈਤਾਨ ਨੂੰ ਚੋਰ ਸੱਦਾ ਆ, ਜਿਹੜੀਆਂ ਹਕੂਮਤਾਂ ਪਾਵਰਸ ਆ, ਜਿਹੜੀਆਂ ਈਵਲਸ, ਇਹ ਕੀ ਕਰਨ ਆਉਂਦੇ ਆ? ਚੋਰੀ ਕਰਨ, ਨਾਸ਼ ਕਰਨ ਤੇ ਮਾਰਨ। ਜੇ ਸਾਡੇ ਕੋਲ ਚੋਰੀ ਹੁੰਦੀ ਆ, ਨਾਸ਼ ਹੁੰਦਾ ਤਾਂ ਸਾਨੂੰ ਮਾਰਦੀ ਹੈ ਚੀਜ਼, ਇਹ ਰੱਬ ਨਹੀਂ ਹੈਗਾ। ਫਿਰ ਉਸ ਆਇਤ ਦੇ ਵਿੱਚ ਹੀ ਯਹੂਨਾ 10:10 ਦੇ ਵਿੱਚ ਉਹ ਕਹਿੰਦਾ ਆ, ਮੈਂ ਆਇਆ, ਜੀਸਸ ਬੋਲਦਾ, ਕਹਿੰਦਾ ਮੈਂ ਆਇਆ ਤੁਹਾਨੂੰ ਜੀਵਨ ਮਿਲੇ ਤੇ ਚੌਖਾ ਜੀਵਨ ਮਿਲੇ, ਭਰ ਭੁਰਿਆ ਜੀਵਨ ਮਿਲੇ। ਜੀਵਨ ਦੇ ਵਿੱਚ ਜੇ ਕੋਈ ਸਭ ਕੁਝ ਚੰਗੀਆਂ ਚੀਜ਼ਾਂ ਹੋਣ। ਸੋ ਇੱਥੇ ਆਪਾਂ ਨੂੰ ਪਤਾ ਲੱਗਣ ਲੱਗ ਪੈਂਦਾ ਆ ਰੱਬ ਤੋਂ ਕਿਹੜੀ ਚੀਜ਼ ਆ ਤੇ ਦੁਸ਼ਮਣ ਤੋਂ ਜਿਹੜੇ ਸ਼ੈਤਾਨ ਆ ਤੇ ਜਿਹੜੇ ਉਹਦੇ ਨਾਲ ਕੰਮ ਕਰ ਰਹੇ ਆ ਉਹਨਾਂ ਤੋਂ ਕਿਹੜੀਆਂ ਚੀਜ਼ਾਂ, ਜਿਹੜੀਆਂ ਉਹਨਾਂ ਤੋਂ ਚੀਜ਼ਾਂ ਉਹ ਸਾਨੂੰ ਨਾਸ਼ ਕਰਦੀਆਂ, ਉਹ ਸਾਨੂੰ ਸਾਡੇ ਤੋਂ ਚੋਰੀ ਕਰਦੀਆਂ ਤੇ ਸਾਨੂੰ ਮਾਰਦੀਆਂ। ਪਰ ਪਰਮੇਸ਼ਰ ਦੀਆਂ ਚੀਜ਼ਾਂ ਸਾਨੂੰ ਅਬੰਡੈਂਟ ਲਾਈਫ ਦਿੰਦੀਆਂ, ਇੱਕ ਭਰਪੂਰਿਆ ਜੀਵਨ ਦਿੰਦੀਆਂ। ਸੋ ਬਹੁਤ ਵਾਰੀ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਆਪਾਂ ਨੂੰ ਭੈਣ ਭਰਾਵਾਂ ਨੇ ਕਹਿਣਾ ਰੱਬ ਹੀ ਸਭ ਕੁਛ ਕਰਦਾ ਆ। ਨੋ, ਰੱਬ ਨਹੀਂ ਕਰਦਾ। ਫਿਰ ਆਪਾਂ ਰੋਂਗ ਲੜਾਈ ਦੇ ਵਿੱਚ ਲੱਗ ਪੈਣਾ, ਆਪਣੀ ਰੋਂਗ ਹੋ ਜਾਣੀ ਆ। ਇਹ ਜਿਹੜੀ ਲੜਾਈ ਆ ਹਕੂਮਤਾਂ ਦੇ ਨਾਲ ਆ, ਪਾਵਰਸ ਦੇ ਨਾਲ ਆ, ਸ਼ੈਤਾਨ ਦੇ ਨਾਲ ਆ, ਜਿੰਨੇ ਵੀ ਉਹਦੇ ਨਾਲ ਕੰਮ ਕਰਦੇ ਉਹਨਾਂ ਦੇ ਨਾਲ ਆ। ਤੇ ਮਾਸ ਤੇ ਖੂਨ ਨਾਲ ਨਹੀਂ ਹੈਗੀ, ਉਹ ਆਪਾਂ ਨੂੰ ਦੀਦੇ ਨਹੀਂ ਹੈਗੇ ਜਿਨ੍ਹਾਂ ਦੇ ਨਾਲ ਆਪਣੀ ਲੜਾਈ ਆ। ਓਕੇ, ਤਾਂ ਹੀ ਸਾਨੂੰ ਸਿੱਖਣ ਦੀ ਜ਼ਰੂਰਤ ਸੀਗੀ। ਤਾਂ ਹੀ ਆਪਾਂ ਨੇਚਾ ਦੀ ਲੜਾਈ ਇਹਨੂੰ ਸੱਦਿਆ ਜਾਂਦਾ। ਕਾਹਤੇ ਕਰਕੇ ਉਹ ਦੱਸਦੇ ਨਹੀਂ ਹੈਗੇ ਨੇਚਾ ਦੀ ਲੜਾਈ। ਇਸ ਕਰਕੇ ਆਪਾਂ ਸਕਾਲਦੇ ਸੀਗੇ ਪਿਛਲੇ ਹਫ਼ਤੇ ਬਈ ਨੇਚਾ ਦੀ ਲੜਾਈ ਕਿੱਦਾਂ ਲੜ ਸਕਦੇ ਆ।
ਬਹੁਤ ਵਾਰੀ ਅਸੀਂ ਨੇਚਰ ਨੂੰ, ਸਾਨੂੰ ਪਤਾ ਨਹੀਂ ਹੈਗਾ ਨੇਚਰ ਕਿੱਦਾਂ ਰੱਖਣੀ ਹੈ। ਸੋ ਅਸੀਂ ਨੇਚਰ ਦੀ ਲੜਾਈ ਕਿੱਦਾਂ ਲੜ ਸਕਦੇ ਹਾਂ। ਓਕੇ, ਸੋ ਉਹਦੇ ਵਿੱਚ ਆਪਾਂ ਦੇਖਿਆ ਸੀਗਾ ਜੀਸਸ ਨੇਚਰ ਦੇ ਬਾਰੇ ਕੀ ਕਹਿੰਦਾ ਆ, ਤੇ ਉਹਨੇ ਕਿੱਦਾਂ ਆਪਾਂ ਨੂੰ ਮਾਰਕਸ ਦੀ ਕਿਤਾਬ ਦੇ ਵਿੱਚ ਉਹਨੇ ਆਪਾਂ ਨੂੰ ਸਿਖਾਇਆ ਸੀਗਾ ਬਈ ਨੇਚਰ ਦੀ ਲੜਾਈ ਅਸੀਂ ਕਿੱਦਾਂ ਨੇਚਰ ਰੱਖ ਸਕਦੇ, ਕਿੱਦਾਂ ਫਤਿਹ ਪਾ ਸਕਦੇ ਹਾਂ, ਕਿੱਦਾਂ ਅਸੀਂ ਪਰਮੇਸ਼ਰ ਦੇ ਕੋਲੋਂ ਚੀਜ਼ਾਂ ਪਾ ਸਕਦੇ ਹਾਂ। ਫਿਰ ਆਪਾਂ ਇੱਕ ਐਗਜ਼ਾਮਪਲ ਵੀ ਦੇਖਿਆ ਸੀਗਾ ਜਿਹੜਾ ਏਬਰਾਹਮ ਦਾ ਸੀਗਾ, ਜਿਹਨੇ 25 ਸਾਲ ਲੜਾਈ ਲੜੀ ਤੇ ਆਪਣਾ ਉਹਨੇ ਲੜਕਾ ਲਿਆ, ਮਤਲਬ ਜਿੱਥੇ ਬਹੁਤ ਉਹਦੀਆਂ ਕੌਮਾਂ ਉੱਚੋਂ ਨਿਕਲ ਕੇ ਆਈਆਂ, ਤੇ ਉਹ ਸਾਨੂੰ ਉਹ ਸਿਖਾਉਂਦਾ ਹੈ ਲੜਾਈ ਕਿੱਦਾਂ ਲੜਨੀ ਹੈ। ਤੇ ਉਹ ਸਾਨੂੰ ਸਿਖਾਉਂਦਾ ਆ ਬਈ ਪਰਮੇਸ਼ਰ ਚੀਜ਼ਾਂ ਬੋਲਦਾ ਆ ਜਿਹੜੀਆਂ ਹੁੰਦੀਆਂ ਨਹੀਂ ਹੈਗੀਆਂ, ਪਰ ਉਹ ਹੋ ਜਾਂਦੀਆਂ ਆ। ਉਹ ਕਹਿੰਦਾ ਸਾਨੂੰ ਵੀ ਇਦਾਂ ਹੀ ਬੋਲਣ ਦੀ ਜ਼ਰੂਰਤ ਆ। ਸੋ ਉਹ ਆਪਾਂ ਦੇਖਿਆ ਸੀਗਾ ਰੋਮੀਓ 4 ਚੈਪਟਰ 13 ਤੋਂ ਲਾ ਕੇ ਅਖੀਰ ਤੱਕ ਆਪਾਂ ਪੜ੍ਹਿਆ ਸੀ। ਸੋ ਜੇ ਚੇਤਾ ਭੁੱਲ ਗਿਆ ਜ਼ਰੂਰ ਨੋਟ ਬਣਾ ਲੈਣਾ, ਪੜ੍ਹਨਾ ਤਾਂ ਫਿਰ ਤੁਹਾਨੂੰ ਸਮਝ ਲੱਗਣਾ ਪੈਣੀ ਹੈ। ਅੱਜ ਇਹ ਜਿਹੜੀ ਲੜਾਈ ਬਹੁਤ ਔਖੀ ਆ ਕਰਕੇ ਸਾਨੂੰ ਦੁਨੀਆ ਦੇ ਵਿੱਚ ਸਿਖਾਇਆ ਗਿਆ ਆ ਬਈ ਅਸੀਂ ਜੋ ਲੜਨਾ ਆ, ਸਾਨੂੰ ਜਿਹੜੀਆਂ ਚੀਜ਼ਾਂ ਦਿਸਦੀਆਂ ਆ, ਜਿਹੜੀਆਂ ਚੀਜ਼ਾਂ ਸਾਨੂੰ ਸੁਣਦੀਆਂ ਆ, ਅਸੀਂ ਉਹਨਾਂ ਦੇ ਨਾਲ ਲੜਦੇ ਹਾਂ। ਜਦੋਂ ਕੋਈ ਚੀਜ਼ ਹੋ ਜਾਂਦੀ ਆ, ਅਸੀਂ ਰਿਸ਼ਤੇਦਾਰਾਂ ਨੂੰ ਦੇਖਦੇ, ਫਰੈਂਡਸ ਨੂੰ ਦੇਖਦੇ, ਉਹਨੇ ਮੇਰੇ ਨਾਲ ਇੱਦਾਂ ਕੀਤੀ ਆ, ਸੋ ਸਾਡੀ ਫਿਰ ਉਹਨਾਂ ਨਾਲ ਲੜਾਈ ਲੱਗ ਜਾਂਦੀ ਹੈ। ਇਹ ਜਿਹੜੀ ਲੜਾਈ ਜਿਹੜੀ ਅਸੀਂ ਫੀਲਿੰਗ ਦੇ ਨਾਲ, ਦੇਖਣ ਦੇ ਨਾਲ, ਜਿਹੜੇ 5 ਸੈਂਸਿਸ ਦੇ ਨਾਲ ਲੜਦੇ ਆ, ਅਸੀਂ ਜਿੱਤ ਨਹੀਂ ਸਕਦੇ ਹੈਗੇ। ਸ਼ੈਤਾਨ ਇਹਦੇ ਵਿੱਚ ਮਾਸਟਰ ਆ, ਉਹਨੇ ਹਰ ਵੇਲੇ ਸਾਨੂੰ ਜਿੱਤ ਲੈਣਾ ਜੇ ਅਸੀਂ ਇਹ ਆਪਣੇ ਸੈਂਸਿਸ ਦੇ ਨਾਲ ਲੜਾਈ ਲੜੀ। ਪਰ ਉਹਨੂੰ ਫੇਥ ਦਾ ਨਹੀਂ ਪਤਾ ਹੈਗਾ। He doesn't know how to have faith. Okay? ਸੋ ਉਹ ਤਾਂ ਹੀ ਸਾਨੂੰ ਫੇਥ ਰੱਖਣ ਦੀ ਜ਼ਰੂਰਤ ਹੈ, ਫੇਥ ਸਿੱਖਣ ਦੀ ਜ਼ਰੂਰਤ ਹੈ। ਜਦੋਂ ਅਸੀਂ ਉਹਨੂੰ ਫੇਥ ਤੇ ਬੈਟਲ ਫੀਲਡ ਵਿੱਚ ਲੈ ਆਂਦਾ, ਜਿੱਥੇ ਲੜਾਈ ਲੱਗੀ, ਜੇ ਅਸੀਂ ਉੱਥੇ ਨੇਚਰ ਵਾਲੇ ਵਿੱਚ ਉਹਨੂੰ ਲੈ ਆਂਦਾ, ਉਹਨੇ ਆਪਾਂ ਹਰੇਕ ਵਾਰੀ ਜਿੱਤ ਜਾਣਾ। ਜੇ ਉਹ ਸਾਨੂੰ 5 ਸੈਂਸਿਸ ਦੇ ਵਿੱਚ ਲੈ ਗਿਆ, ਉੱਥੇ ਸਾਨੂੰ ਉਹ ਰੱਖਿਆ, ਉਹਨੇ ਹਰੇਕ ਵਾਰੀ ਜਿੱਤ ਜਾਣਾ। ਅਸੀਂ ਉਹਨੂੰ ਕੱਲੀ ਨੇਚਰ ਦੇ ਨਾਲ ਹੀ ਜਿੱਤ ਸਕਦੇ ਹਾਂ, ਕਰਕੇ ਸੱਚੀ ਗੱਲ ਇਹ ਆ ਜਿਹੜੀ ਇਹ ਲੜਾਈ ਆ, ਇਹ ਜੀਸਸ ਆਲਰੇਡੀ ਜਿੱਤ ਚੁੱਕਾ ਆ, ਉਹ ਫਤਿਹ ਪਾ ਚੁੱਕਾ ਆ। ਪਰ ਸਾਨੂੰ ਖੜੇ ਹੋਣ ਨੂੰ ਕਹਿੰਦਾ ਆ, ਨੇਚਰ ਦੇ ਵਿੱਚ ਖੜੇ ਹੋਣ ਨੂੰ ਕਹਿੰਦਾ ਆ। ਤਾਂ ਹੀ ਸਾਨੂੰ ਨੇਚਰ ਦੇ ਬਾਰੇ ਸਿੱਖਣ ਦੀ ਜ਼ਰੂਰਤ ਹੈ, ਨੇਚਰ ਦੇ ਚੱਲਣ ਦੀ ਜ਼ਰੂਰਤ ਹੈ। ਸੋ ਪਰਮੇਸ਼ਰ ਸਾਨੂੰ ਨੇਚਰ ਦੀ ਲੜਾਈ ਸਾਨੂੰ ਲੜਨ ਨੂੰ ਕਹਿੰਦਾ ਹੈ। ਇੱਥੇ ਆਪਾਂ ਦੇਖਦੇ ਹਾਂ ਜੋ ਅੱਜ ਆਪਣੇ ਵਾਸਤੇ ਪੜ੍ਹਿਆ ਗਿਆ ਮਾਰਕਸ ਦੀ ਕਿਤਾਬ ਦੇ ਵਿੱਚੋਂ, ਇੱਕ ਭੈਣ ਦੀ ਲੜਾਈ ਸੀਗੀ, ਉਹਦੀ ਸਿਹਤ ਦੀ ਲੜਾਈ ਸੀਗੀ। 12 ਸਾਲ ਤੋਂ ਉਹ ਬਿਮਾਰ ਆ ਤੇ ਉਹ ਬਹੁਤ ਇਹ ਲੜਾਈ ਲੜ ਰੱਖੀ ਆ। ਇਸ ਲੜਾਈ ਦੇ ਵਿੱਚ ਉਹਨੇ ਆਪਣੇ ਸਾਰੇ ਪੈਸੇ ਖਰਚ ਲਏ ਆ, ਕੋਈ ਡਾਕਟਰ ਨਹੀਂ ਛੱਡਿਆ। ਇਹਦੇ ਵਿੱਚ ਕੁਝ ਰੋਂਗ ਨਹੀਂ ਸੀ। ਜਦੋਂ ਵੀ ਆਪਾਂ ਬਿਮਾਰ ਹੁੰਦੇ ਆ, ਆਪਾਂ ਇਲਾਜ ਟੋਲਦੇ ਆ ਜੇ ਆਪਾਂ ਨੂੰ ਮਿਲ ਜਵੇ ਤਾਂ, ਪਰ ਉਹਨੇ ਦੇਖਿਆ ਵੀ ਉਹ ਜਿੱਤ ਨਹੀਂ ਸਕੀ। ਉਹ ਬਿਮਾਰੀ ਉਦੋਂ ਵੀ ਜ਼ਿਆਦਾ ਹੋਈ ਜਾਂਦੀ ਆ, ਤੇ ਹੁਣ ਉਹਦੇ ਕੋਲ ਪੈਸੇ ਸਾਰੇ ਚੱਲ ਗਏ ਆ, ਤੇ ਜਿਹੜੇ ਲਾਗੇ ਛਾਗੇ ਡਾਕਟਰ ਸੀ ਸਾਰਿਆਂ ਦੇ ਕੋਲ ਜਾਇਆ ਹੀ ਆ, ਪਰ ਠੀਕ ਨਹੀਂ ਹੋਈ ਹੈਗੀ। ਪਰ ਫਿਰ ਆਪਾਂ ਨੂੰ ਬਾਈਬਲ ਦੱਸਦੀ ਆ, ਉਹ ਜੀਸਸ ਦੇ ਬਾਰੇ ਸੁਣਦੀ ਆ। ਜਿੱਦਾਂ ਤੁਸੀਂ ਹੋ ਸਕਦਾ ਕੋਈ ਸਿਹਤ ਦੀ ਜਾਂ ਪਰਿਵਾਰ ਦੀ ਜਾਂ ਡਿਪਰੈਸ਼ਨ ਓਪਰੇਸ਼ਨ ਦੀ ਲੜਾਈ ਲੜ ਰਹੇ ਆ, ਪਰ ਤੁਹਾਨੂੰ ਕੋਈ ਵੀ ਰਿਲੀਫ ਨਹੀਂ ਹੈਗੀ, ਤੇ ਤੁਸੀਂ ਇਸ ਵੇਲੇ ਹੋ ਸਕਦਾ ਇੰਟਰਨੈਟ ਤੇ ਸੁਣ ਰਹੇ ਆ, ਪਹਿਲੀ ਵਾਰੀ ਸੁਣ ਰਹੇ ਆ, ਜਾਂ ਹੋਰ ਕਿਸੇ ਭੈਣ ਭਰਾ ਨੇ ਤੁਹਾਨੂੰ ਦੱਸਿਆ ਆ ਬਈ ਤੁਸੀਂ ਇਹ ਤੋਂ ਰਿਲੀਫ ਪਾ ਸਕਦੇ। ਏਦਾਂ ਹੀ ਇਹ ਭੈਣ ਸੀਗੀ, ਇਹਨੂੰ ਕਿਸੇ ਨੇ ਦੱਸਿਆ ਬਈ ਜੀਸਸ ਆ ਜਿਹੜਾ ਲੋਕਾਂ ਨੂੰ ਠੀਕ ਕਰਦਾ ਆ, ਤੇ ਇਹ ਫੈਸਲਾ ਕਰ ਲੈਂਦੀ ਆ ਤੇ ਬਈ ਜੇ ਕਿਤੇ ਮੈਂ ਜੀਸਸ ਕੋ ਪਹੁੰਚ ਸਕਾਂ, ਜੇ ਕਿਤੇ ਮੈਂ ਉਹਦੇ ਕੱਪੜਿਆਂ ਨੂੰ ਹੱਥ ਲਾ ਸਕਾਂ, ਤੇ ਮੈਂ ਠੀਕ ਹੋ ਜਾਣਾ। ਪਰ ਇਹ ਕੋ ਬਹੁਤ ਮੁਸੀਬਤ ਆ। ਅੱਜ ਕੱਲ੍ਹ ਵੀ ਲੋਕਾਂ ਕੋਲ ਬਹੁਤ ਮੁਸੀਬਤ ਆ। ਬਹੁਤ ਲੋਕੀ ਟੈਲੀਫੋਨ ਤੇ ਮੇਰੇ ਗੱਲਬਾਤ ਕਰਦੇ ਆ, ਸੋ ਮੈਨੂੰ ਪਤਾ ਲੱਗਦਾ ਉਹ ਆਪਣੀਆਂ ਮੁਸੀਬਤਾਂ ਸ਼ੇਅਰ ਕਰਦੇ ਆ,
ਜਿੱਦਾਂ ਇਸ ਭੈਣ ਕੋ ਮੁਸੀਬਤ ਸੀ, ਉਹ ਭੈਣ ਭਰਾ ਸਮਝਦੇ ਆ ਉਹਨਾਂ ਦੀ ਉਦੋਂ ਵੀ ਵੱਡੀਆਂ ਮੁਸੀਬਤਾਂ ਆ। ਪਰ ਸੱਚੀ ਗੱਲ ਜੇ ਅਸੀਂ ਦੇਖੀਏ, ਇਹਨਾਂ ਵੱਡੀ ਮੁਸੀਬਤ ਨਹੀਂ ਸੀਗੀ, ਇਹ ਕੋ ਬਹੁਤ ਮੁਸੀਬਤ ਸੀ। ਸੋ ਇਹਨਾਂ ਕੋ ਕਿਹੜੀ ਪ੍ਰੋਬਲਮ ਸੀਗੀ? ਪਹਿਲੀ ਚੀਜ਼ ਇਹ, ਹੁਣ ਕਮਜ਼ੋਰ ਬਹੁਤ ਹੋ ਗਿਆ, 12 ਸਾਲ ਤੋਂ ਖੂਨ ਪੈਂਦਾ ਆ ਤੇ ਹੁਣ ਇਹ ਬਾਹਲੀ ਤੁਰ ਨਹੀਂ ਸਕਦੇ ਹੈਗੇ। ਫਿਰ ਦੂਸਰੀ ਜਿਹੜੀ ਮੁਸੀਬਤ ਸੀਗੀ ਉਹ ਇਹ ਸੀਗੀ, ਕਰਕੇ ਇਹਨਾਂ ਦੇ 12 ਸਾਲ ਤੋਂ ਖੂਨ ਪੈਂਦਾ ਆ। ਕਾਨੂੰਨ ਕਹਿੰਦਾ ਸੀ, ਯਹੂਦੀਆਂ ਦਾ ਕਾਨੂੰਨ ਕਹਿੰਦਾ ਸੀ ਵੀ ਜੇ ਤੁਹਾਡੇ ਕਿਸੇ ਵੀ ਇਦਾਂ ਦੀ ਕੋਈ ਬਿਮਾਰੀ ਹੈ, ਸਕਿਨ ਦੀ ਬਿਮਾਰੀ ਹੈ ਜਾਂ ਖੂਨ ਦੀ ਬਿਮਾਰੀ, ਜਿੱਥੇ ਪੈਂਦਾ ਖੂਨ, ਤੇ ਤੁਸੀਂ ਭੀੜ ਦੇ ਵਿੱਚ ਨਹੀਂ ਜਾ ਸਕਦੇ ਹੈਗੇ। ਜਦੋਂ ਤੁਸੀਂ ਕਿਤੇ ਵੀ ਜਾਣਾ ਆ, ਤੁਹਾਡੇ ਕੋਲ ਇੱਕ ਘੰਟੀ ਚਾਹੀਦੀ ਆ, ਬੈਲ ਚਾਹੀਦੀ ਆ, ਤੇ ਨਾਲ ਤੁਸੀਂ ਰੌਲੀ ਪਾਉਣੀ ਆ, ਅਨਕਲੀਨ ਅਨਕਲੀਨ ਅਨਕਲੀਨ, ਸਾਫ਼ ਨਹੀਂ, ਮੈਂ ਸਾਫ਼ ਨਹੀਂ, ਮੈਂ ਸਾਫ਼ ਨਹੀਂ, ਨਾਲੇ ਆਪਣੀ ਘੰਟੀ ਖੜਕਾਉਣੀ ਆ। ਉਹਦਾ ਕੀਮਾ ਤੂੰ, ਜਿੰਨੇ ਵੀ ਲੋਕੀ ਤੁਹਾਨੂੰ ਸੁਣਦੇ ਆ ਤੁਹਾਡੇ ਤੋਂ ਪਰੇ ਹੋ ਜਾਣ, ਉਹਨਾਂ ਨੂੰ ਬਿਮਾਰੀ ਨਾ ਲੱਗ ਜਾਵੇ। ਜੇ ਕੋਈ ਇਹਨੂੰ ਨਹੀਂ ਫੋਲੋ ਕਰਦਾ ਸੀ ਇਸ ਕਾਨੂੰਨ ਨੂੰ, ਤੇ ਉਹਨੂੰ ਪੱਥਰ ਮਾਰ ਕੇ ਮਾਰਿਆ ਜਾਂਦਾ ਸੀ। ਸੋ ਦੇਖੋ ਇਸ ਭੈਣ ਦੀਆਂ ਕਿੰਨੀਆਂ ਮੁਸੀਬਤਾਂ ਸੀ। ਕਈ ਮੈਨੂੰ ਭੈਣ ਭਰਾ ਕਹਿੰਦੇ ਆ, ਭਾਜੀ ਚਰਚ ਨੂੰ ਆਉਣ ਦਾ ਜ਼ਰੂਰ ਥੋੜੋ ਆ, ਰੱਬ ਤਾਂ ਸਾਰੀ ਜਗ੍ਹਾ ਦੇ ਵਿੱਚ ਆ, ਤੂੰ ਸਾਨੂੰ ਘਰ ਬੈਠਿਆਂ ਨੂੰ ਠੀਕ ਕਰ ਸਕਦਾ। ਯੈਸ, ਸਹੀ ਗੱਲ ਆ, ਪਰ ਰੱਬ ਸਾਰੀ ਜਗ੍ਹਾ ਦੇ ਵਿੱਚ ਆ, ਪਰ ਕਈ ਵਾਰੀ ਉਹ ਸਾਨੂੰ ਆਉਣ ਨੂੰ ਕਹਿੰਦਾ ਆ। ਜੇ ਸਾਰਿਆਂ ਨੂੰ ਵਧੀਆ ਕੇਸ ਇਸ ਭੈਣ ਦੇ ਕੋਲ ਸੀਗਾ ਇਦਾਂ ਦਾ, ਦੇਖੋ ਜੀ, ਮੈਂ ਜਾ ਨਹੀਂ ਸਕਦੀ ਹੈਗੀ, ਕਾਨੂੰਨ ਕਹਿੰਦਾ ਮੈਂ ਭੀੜ ਵਿੱਚ ਜਾ ਨਹੀਂ ਸਕਦੀ ਹੈਗੀ, ਮੈਂ ਬਹੁਤ ਕਮਜ਼ੋਰ ਹਾਂ, ਸ਼ਕਤੀ ਡਾਕਟਰਾਂ ਨੂੰ ਪੁੱਛ ਲਓ, ਮੈਂ ਜਾ ਨਹੀਂ ਸਕਦੀ ਹੈਗੀ। ਫਿਰ ਮੈਨੂੰ ਮੌਤ ਦਾ ਡਰ ਆ, ਲੋਕੀ ਮੈਨੂੰ ਪੱਥਰ ਮਾਰ ਕੇ ਮਾਰ ਸਕਦੇ ਆ ਜੇ ਮੈਂ ਗਈ ਤਾਂ। ਮੁਸੀਬਤ ਸੀਗੀ। ਅੱਜ ਕੱਲ੍ਹ ਵੀ ਅਸੀਂ ਦੇਖਦੇ ਹਾਂ ਸਾਡੇ ਕੋਈ ਵੀ ਕੀ ਮੁਸੀਬਤ ਆ। ਵਾਰੀ ਵਾਰੀ ਉਹ ਕਹਿੰਦੇ ਜੇ ਲੋਕਾਂ ਨੂੰ ਪਤਾ ਲੱਗ ਗਿਆ ਮੈਂ ਜੀਸਸ ਕੋ ਗਈ ਸੀਗੀ, ਇਹਦਾ ਵੀ ਹੋ ਸਕਦਾ ਇਸ ਭੈਣ ਦਾ। ਮੈਂ ਯਹੂਦੀ ਹਾਂ, ਜੀਸਸ ਨੂੰ ਲੋਕੀ ਲਾਈਕ ਨਹੀਂ ਕਰਦੇ। ਉਸ ਜ਼ਮਾਨੇ 'ਚ ਵੀ ਇਦਾਂ ਹੀ ਸੀ। ਜੇ ਮੈਂ ਉਹ ਕੋ ਚੱਲ ਗਈ, ਲੋਕੀ ਕੀ ਕਹਿਣਗੇ? ਮੇਰੇ ਜਿਹੜੇ ਸਿਨਗੋਗ ਦੇ ਲੋਕ ਆ, ਜਿੱਥੇ ਮੈਂ ਵਰਸ਼ਿਪ ਕਰਦੀ ਆ, ਉਹ ਕੀ ਕਹਿਣਗੇ? ਸੇਮ ਚੀਜ਼ ਅੱਜ ਆ, ਕੋਈ ਡਿਫਰੈਂਟ ਨਹੀਂ ਹੈਗਾ। ਪਰ ਜੇ ਅਸੀਂ ਫਤਿਹ ਪਾਉਣਾ ਚਾਹੁੰਦੇ ਆ, ਜੇ ਅਸੀਂ ਜਿੱਤਣਾ ਚਾਹੁੰਦੇ ਆ, ਫਿਰ ਸਾਨੂੰ ਇਹ ਨੇਚਾ ਦੀ ਲੜਾਈ ਲੜਨ ਦੀ ਜ਼ਰੂਰਤ ਆ। ਜਿੱਥੇ ਵੀ ਸਾਨੂੰ ਹੋਲੀ ਸਪਿਰਿਟ ਕਹਿੰਦਾ, ਜਿੱਥੇ ਵੀ ਸਾਨੂੰ ਪਰਮੇਸ਼ਵਰ ਬੁਲਾਉਂਦਾ ਆ, ਸਾਨੂੰ ਉੱਥੇ ਜਾਣਾ ਪੈਣਾ ਆ। ਜ਼ਰੂਰ ਅਸੀਂ ਚਾਹੁੰਦੇ ਘਰ ਬੈਠਿਆਂ ਨੂੰ ਸਾਨੂੰ ਕੁਝ ਕਰਨਾ ਨਾ ਪਏ, ਘਰ ਬੈਠਿਆਂ ਨੂੰ ਮਿਲ ਜਾਵੇ। ਹਰੇਕ ਵੇਲੇ ਇਦਾਂ ਨਹੀਂ ਹੁੰਦਾ ਹੈਗਾ। ਸੋ ਜ਼ਰੂਰ ਅਸੀਂ ਮਗਰੋਂ ਪ੍ਰੇ ਕਰਨੀ ਆ, ਤੇ ਅਸੀਂ ਚਾਹੁੰਦੇ ਆ ਜਿੰਨੇ ਸੁਣਦੇ ਸਾਰੇ ਠੀਕ ਹੋ ਜਾਣ। ਪਰ ਹੋ ਸਕਦਾ ਪ੍ਰਭੂ ਸਾਨੂੰ ਹੋਰ ਕੁਝ ਦੱਸਦਾ ਹੋਵੇ, ਫਿਰ ਸਾਨੂੰ ਉਹ ਆਖੇ ਲੱਗਣ ਦੀ ਜ਼ਰੂਰਤ ਆ। ਸੋ ਇੱਥੇ ਭੈਣ ਕੋ ਇਹ ਪ੍ਰੋਬਲਮ ਸੀਗੀ, ਪਰ ਉਹ ਕੁਝ ਕਹਿੰਦੀ ਸੀਗੀ। ਉਹ ਕੀ ਕਹਿੰਦੀ ਸੀ? ਉਹ 28ਵੀਂ ਆਇਤ ਦੇ ਵਿੱਚ ਲਿਖਿਆ ਆ, ਉਹ ਕੀ ਕਹਿੰਦੀ ਸੀਗੀ? ਪੰਜਾਬੀ 'ਚ ਪੜ੍ਹੇ ਤਾਂ ਜੀ। ਹਾਂਜੀ, ਮਾਰਕਸ ਚੈਪਟਰ 5 ਤੇ ਉਹਦੀ 28ਵੀਂ ਆਇਤ ਆਪਾਂ ਪੜ੍ਹਦੇ। ਇੱਥੇ ਲਿਖਿਆ, ਕਿਉਂ ਜੋ ਉਸ ਆਖਿਆ, ਜੇ ਮੈਂ ਨਿਰਾ ਉਹਦੇ ਕੱਪੜੇ ਨੂੰ ਹੀ ਛੂਹਾਂ ਤਾਂ ਚੰਗੀ ਹੋ ਜਾਵਾਂਗੀ। ਓਕੇ, ਸੋ ਉਹ ਕੋ ਬਹੁਤ ਵੱਡੀ ਪ੍ਰੋਬਲਮ ਆ। ਉੱਥੇ ਪਹੁੰਚਣਾ ਔਖਾ ਆ, ਜੀਸਸ ਦੇ ਕੱਪੜੇ ਨੂੰ ਛੂਹਣਾ ਔਖਾ ਆ। ਪਰ ਉਹ ਕਹਿੰਦੀ ਜੇ ਕਿਤੇ ਮੈਂ ਚੱਲ ਜਾਵਾਂ, ਜੇ ਕਿਤੇ ਮੈਂ ਉਹਦੇ ਕੱਪੜੇ ਨੂੰ ਹੱਥ ਲਾ ਦੇਵਾਂ, ਮੈਂ ਠੀਕ ਹੋ ਜਾਣਾ। ਉਹ ਇਦਾਂ ਨਹੀਂ ਕਹਿੰਦੀ ਹੈਗੀ ਪਤਾ ਨਹੀਂ ਹੈਗਾ ਠੀਕ ਹੋਣਾ ਕਿ ਨਹੀਂ, ਲੋਕੀ ਕਹਿੰਦੇ ਆ, ਪਰ ਕੀ ਪਤਾ ਹੁੰਦਾ। ਹੋ ਸਕਦਾ ਮੇਰੇ ਪਾਪ ਬਹੁਤ ਹੋਣ, ਹੋ ਸਕਦਾ ਮੈਨੂੰ ਪ੍ਰਭੂ ਨਾ ਠੀਕ ਕਰਨਾ ਚਾਹੀਦਾ ਹੋਵੇ, ਹੋ ਸਕਦਾ ਮੇਰੇ ਵਾਸਤੇ ਨਾ ਹੋਵੇ। ਬਹੁਤ ਵਾਰੀ ਸਾਨੂੰ ਇਹਦੇ ਵਿੱਚ ਮੁਸੀਬਤਾਂ ਦੇ ਵਿੱਚ ਪਾਇਆ ਆ, ਸ਼ੱਕਾਂ ਦੇ ਵਿੱਚ ਅਸੀਂ ਅੜੇ ਹੋਏ ਆ। ਸਾਡੇ ਕੋਲ ਨੇਚਾ ਹੈ ਨਹੀਂ ਗੇ। ਇਸ ਔਰਤ ਦੇ ਕੋਲ ਨੇਚਾ ਸੀਗੀ। ਉਹਦੀ ਨੇਚਾ ਕੀ ਕਹਿੰਦੀ ਸੀ? ਜੇ ਮੈਂ ਉਹਦੇ ਕਦੇ ਕੱਪੜੇ ਨੂੰ ਹੱਥ ਲਾ ਦੇਵਾਂ, ਉਹਦੇ 4 ਛਪੇਰੇ ਭੀੜ ਬਹੁਤ ਹੋਣੀ ਆ, ਮੈਂ ਕਮਜ਼ੋਰ ਬਹੁਤ ਆ,
ਮੈਨੂੰ ਪਤਾ ਨਹੀਂ ਹੈਗਾ ਮੈਂ ਤੇ ਧੱਕੇ ਮਾਰ ਮਾਰ ਕੇ ਜੇ ਮੈਂ ਉਹਦੇ ਕਿਤੇ ਕੱਪੜੇ ਨੂੰ ਹੱਥ ਲਾ ਸਕਦੀ ਕਿ ਨਹੀਂ, ਪਰ ਜੇ ਕਿਤੇ ਮੈਂ ਲਾ ਦੇਵਾਂ ਤੇ ਮੈਂ ਠੀਕ ਹੋ ਜਾਣਾ। ਅੱਜ ਤੁਹਾਨੂੰ ਪ੍ਰਭੂ ਕਿੱਦਾਂ ਨੇਚਾ ਰੱਖਣ ਨੂੰ ਕਹਿੰਦਾ, ਤੁਹਾਡੇ ਕੋਲ ਇਦਾਂ ਦੀ ਨੇਚਾ ਹੈਗੀ ਆ। ਉਹ ਲੋਕਾਂ ਨੂੰ ਬੋਲ ਬੋਲ ਕੇ ਦੱਸਦੀ ਸੀਗੀ। ਫਿਰ ਇੱਕ ਉਹਨੇ ਬਹੁਤ ਖੁਸ਼ੀ ਵਾਲੀ ਗੱਲ ਸੁਣੀ। ਅੱਗੇ ਪਤਾ ਨਹੀਂ ਜੀਸਸ ਕਿਹੜੇ ਸ਼ਹਿਰ ਵਿੱਚ ਸੀਗਾ, ਕਿੰਨੀ ਦੂਰ ਸੀਗਾ, ਪਰ ਹੁਣ ਉਹਨੇ ਸੁਣਿਆ ਬਈ ਜੀਸਸ ਸਾਡੇ ਸ਼ਹਿਰ ਦੇ ਵਿੱਚ ਆ ਰਿਹਾ ਆ, ਸਾਡੇ ਪਿੰਡ ਦੇ ਵਿੱਚ ਆ ਰਿਹਾ ਆ। ਬਈ ਜੇ ਕਿਤੇ ਮੈਂ ਹੁਣ ਉੱਥੇ ਜਾ ਜਾਵਾਂ ਮੈਂ ਠੀਕ ਹੋ ਜਾਣਾ। ਇੱਥੇ ਬਹੁਤ ਅਮੇਜ਼ਿੰਗ ਚੀਜ਼ ਆ, ਰੱਬ ਸਾਡੇ ਵਾਸਤੇ ਬਹੁਤ ਈਜ਼ੀ ਕਰ ਦਿੰਦਾ ਆ। ਫੇਰ ਵੀ ਸਾਨੂੰ ਥੋੜਾ ਜਿਹਾ ਕੁਛ ਕਰਨ ਨੂੰ ਰਹਿਣ ਦਾ, ਇੰਨਾ ਤੁਹਾਨੂੰ ਕਰਨਾ ਪੈਣਾ ਹੈ। ਸਾਨੂੰ ਵੀ ਕੁਛ ਕਰਨ ਦੀ ਜ਼ਰੂਰਤ ਹੈ। ਕਾਹਦੇ ਵਾਸਤੇ? ਸਾਨੂੰ ਦਿਖਾਉਣ ਨੂੰ ਵੀ ਸਾਡੇ ਕੋਲ ਨੇਚਾ ਹੈਗੀ ਆ। ਮੈਂ ਹੋਰ ਤਰ੍ਹਾਂ ਵੀ ਇੱਕ ਸਮਝਾਉਣਾ ਹੁੰਦਾ, ਉਹ ਇਦਾਂ ਆ, ਜਦੋਂ ਲੋਕੀ ਕਹਿੰਦੇ ਰੱਬ ਸਾਰੀ ਜਗ੍ਹਾ ਦੇ ਵਿੱਚ, ਸੱਚੀ ਉਹ ਸਾਰੀ ਜਗ੍ਹਾ ਦੇ ਵਿੱਚ ਆ। ਉਹਦੀ ਪਾਵਰ ਹਰੇਕ ਥਾਂ ਹੈ। ਜਿੱਥੇ ਵੀ ਤੁਸੀਂ ਮੈਨੂੰ ਸੁਣ ਰਹੇ ਆ ਇਸ ਵੇਲੇ, ਪਰਮੇਸ਼ਰ ਦੀ ਪਾਵਰ ਉੱਥੇ ਹੈਗੀ ਆ, ਉਹਦੀ ਸ਼ਕਤੀ ਉੱਥੇ ਹੈਗੀ ਆ। ਪਰ ਅਸੀਂ ਉਹਦੀ ਸ਼ਕਤੀ ਨੂੰ ਕਨੈਕਸ਼ਨ ਕਿੱਦਾਂ ਲਾਉਣਾ ਹੈ? ਅਸੀਂ ਉਹ ਸ਼ਕਤੀ ਆਪਣੇ ਤੇ ਕਿੱਦਾਂ ਲਿਆ ਸਕਦੇ ਆ? ਮੈਂ ਕਈ ਵਾਰੀ ਇਹ ਮਿਸਾਲ ਦਿੰਦਾ ਹੁੰਦਾ, ਆਪਣੇ ਘਰਾਂ ਦੇ ਵਿੱਚ ਬਿਜਲੀ ਆ, ਤਾਰਾਂ ਦੇ ਨਾਲ ਬਿਜਲੀ ਸਾਰੇ ਪਾਸੇ ਜਾਂਦੀ ਘਰਾਂ ਦੇ ਵਿੱਚ, ਪਰ ਉਹ ਬਿਜਲੀ ਸਾਡੇ ਕਿਸੇ ਕੰਮ ਨਹੀਂ ਹੈਗੀ ਜਿੰਨਾ ਚਿਰ ਅਸੀਂ ਉਹਦੇ ਨਾਲ ਪਲੱਗ ਨਹੀਂ ਲਾਉਂਦੇ, ਅਸੀਂ ਉਹਦੇ ਨਾਲ ਕਨੈਕਸ਼ਨ ਨਹੀਂ ਲਾਉਂਦੇ ਹੈਗੇ। ਜਿਹੜੀ ਚੀਜ਼ ਵਿੱਚ ਅਸੀਂ ਬਿਜਲੀ ਚਾਹੁੰਦੇ ਆ ਉਹ ਤਾਰਾਂ ਦੇ ਨਾਲ ਲਾਉਣੀ ਪੈਣੀ ਆ। ਆਪਾਂ ਉਹਨੂੰ ਕਹਿੰਦੇ ਨੇ ਪਲੱਗ ਇਨ, ਵੀ ਪਲੱਗ ਲਾ ਦਿਓ। ਇਦਾਂ ਹੀ ਪਰਮੇਸ਼ਰ ਦੇ ਨਾਲ ਆ। ਸ਼ਕਤੀ ਤੁਹਾਡੇ ਚਾਰ ਛਪੇਰੇ ਹੈਗੀ ਆ, ਪਰ ਸਾਨੂੰ ਪਲੱਗ ਲਾਉਣਾ ਨਹੀਂ ਆਉਂਦਾ ਹੈਗਾ। ਪਲੱਗ ਕਿੱਦਾਂ ਲਾਉਣਾ? ਉਹ ਨੇਚਰ ਦਾ ਪਲੱਗ ਆ। ਇਟਸ ਅ ਫੇਥ ਪਲੱਗ। ਜਦੋਂ ਅਸੀਂ ਨੇਚਰ ਦੇ ਨਾਲ ਉਹਦੇ ਨਾਲ ਪਲੱਗ ਲਾ ਦਿੰਦੇ ਆ ਤੇ ਉਹਦੀ ਜਿਹੜੀ ਸ਼ਕਤੀ ਆ ਸਾਡੇ ਜੀਵਨ ਦੇ ਵਿੱਚ ਆਉਣ ਲੱਗ ਪੈਂਦੀ ਆ। ਜੇ ਅਸੀਂ ਬਿਮਾਰ ਆ ਅਸੀਂ ਠੀਕ ਹੋਣ ਲੱਗ ਪੈਂਦੇ ਆ। ਜੇ ਪਰਿਵਾਰ ਦੇ ਵਿੱਚ ਗੜਬੜ ਆ ਉਹ ਸੋਲਵ ਹੋਣ ਲੱਗ ਪੈਂਦੀ ਆ। ਅਸੀਂ ਫਤਿਹ ਪਾਉਣ ਲੱਗ ਪੈਂਦੇ ਆ। ਸੋ ਨੇਚਰ, ਤਾਂ ਹੀ ਨੇਚਰ ਦੀ ਲੜਾਈ ਸਾਡੇ ਕਰਕੇ ਨੇਚਰ ਬਹੁਤ ਇੰਪੋਰਟੈਂਟ ਆ। ਆਪਾਂ ਇਦਾਂ ਵੀ ਦੇਖਿਆ ਸੀ, ਨੇਚਰ ਤੋਂ ਬਗੈਰ ਪਰਮੇਸ਼ਰ ਨੂੰ ਖੁਸ਼ ਕਰਨਾ ਅਨਹੋਣਾ ਹੈ। ਹੋ ਨਹੀਂ ਸਕਦਾ ਪਰਮੇਸ਼ਰ ਨੇਚਰ ਤੋਂ ਬਗੈਰ ਖੁਸ਼ ਹੋਵੇ। ਸੋ ਸਾਨੂੰ ਨੇਚਰ ਦੀ ਰੱਖਣ ਦੀ ਜ਼ਰੂਰਤ ਆ। ਇਸ ਭੈਣ ਨੇ ਨੇਚਰ ਰੱਖੀ ਆ। ਉਹ ਬਲੀਵ ਕਰਦੀ ਆ, ਯਕੀਨ ਕਰਦੀ ਆ ਬਈ ਜੀਸਸ ਉਹਨੂੰ ਠੀਕ ਕਰ ਸਕਦਾ ਆ। ਜਿੰਨੇ ਮੈਨੂੰ ਇਸ ਵੇਲੇ ਭੈਣ ਭਰਾ ਸੁਣ ਰਹੇ ਆ, 99% ਜ਼ਰੂਰ ਬਲੀਵ ਕਰਦੇ ਹੋਣੇ ਆ ਬਈ ਜੇ ਕਿਤੇ ਜੀਸਸ ਇੱਥੇ ਦੁਨੀਆ ਵਿੱਚ ਹੁੰਦਾ, ਮੈਂ ਉਹਦੇ ਕੋਲ ਚੱਲ ਜਾਂਦਾ, ਉਹਨੂੰ ਮੈਨੂੰ ਠੀਕ ਕਰ ਦੇਣਾ ਸੀ। ਕਾਹਦੇ ਕਰਕੇ? ਜੀਸਸ ਨੇ ਕਿਸੇ ਨੂੰ ਵੀ ਮੋੜਿਆ ਨਹੀਂ ਸੀ। ਉਹਨੂੰ ਕਿਹਾ ਨਹੀਂ ਸੀ ਬਈ ਹੱਲੇ ਤੇਰਾ ਟਾਈਮ ਨਹੀਂ ਹੋਇਆ, ਅਸੀਂ ਤਾਂ ਹੱਲੇ ਨਹੀਂ ਤੂੰ ਠੀਕ ਹੋ ਸਕਦਾ ਹੈਗਾ। ਨੋ, ਜਿੰਨੇ ਵੀ ਉਹ ਕੋ ਆਏ ਸੀ ਉਹ ਸਾਰਿਆਂ ਨੂੰ ਠੀਕ ਕਰ ਦਿੰਦਾ ਸੀ। ਇਦਾਂ ਹੀ ਕਹਿੰਦਾ ਹੁੰਦਾ ਸੀ, ਜੇ ਤੁਹਾਡੇ ਕੋਲ ਨੇਚਰ ਹੈਗੀ ਹੈ, ਜੇ ਤੁਸੀਂ ਬਲੀਵ ਕਰਦੇ ਆ ਤੇ ਤੁਹਾਡੇ ਵਾਸਤੇ ਹੋ ਸਕਦਾ ਹੈ। ਸੋ ਇੱਥੇ ਆਪਾਂ ਦੇਖਦੇ ਹਾਂ ਇਹ ਭੈਣ ਨੇ ਕਿੱਦਾਂ ਫਤਿਹ ਪਾਈ ਸੀਗੀ। ਫਿਰ ਆਪਾਂ ਦੇਖਦੇ ਹਾਂ ਜਦੋਂ ਜੀਸਸ ਨੂੰ ਟੱਚ ਕਰ ਦਿੰਦੀ ਆ, ਜਦੋਂ ਉਹਨੂੰ ਛੂ ਲੈਂਦੀ ਆ ਨੇਚਰ ਦੇ ਨਾਲ, ਓਕੇ, ਫਿਰ 38 ਆਇਤ ਆਪਾਂ ਨੂੰ ਦੱਸਦੀ ਆ ਉਸੇ ਵੇਲੇ ਉਹ ਠੀਕ ਹੋਣ ਲੱਗ ਪੈਂਦੀ ਆ। ਉਸੇ ਵੇਲੇ ਉਹਦੀ ਬਿਮਾਰੀ ਜਿਹੜੀ 12 ਸਾਲ ਤੋਂ ਇਸ ਪ੍ਰੋਬਲਮ ਦੇ ਵਿੱਚ ਸੀ, ਮੈਂ ਪਿਛਲੇ ਹਫ਼ਤੇ ਵੀ ਕਹਿੰਦਾ, ਮੈਂ ਫਿਰ ਇਸ ਹਫ਼ਤੇ ਕਹਿੰਦਾ, ਪਤਾ ਨਹੀਂ ਤੁਹਾਡੀ ਪ੍ਰੋਬਲਮ ਕਿੰਨੇ ਚੈਚੋਂ ਆ ਰਹੀ ਆ। ਸਾਲ ਹੋ ਗਿਆ, 20 ਹੋ ਗਈ, ਸਾਲ ਹੋ ਗਿਆ, 2 ਸਾਲ ਹੋ ਗਿਆ, 10 ਸਾਲ ਹੋ ਗਿਆ, 12 ਸਾਲ ਹੋ ਗਿਆ, 20 ਸਾਲ ਹੋ ਗਿਆ, ਪਰ ਫਿਰ ਵੀ ਤੁਸੀਂ ਇੱਥੇ ਫਤਿਹ ਪਾ ਸਕਦੇ ਹੋ। ਆਪਾਂ 29 ਆਇਤ ਪੜ੍ਹਦੇ ਹਾਂ। ਮਾਰਕਸ ਦਾ ਚੈਪਟਰ 5 ਤੇ ਉਹਦੀ 29 ਆਇਤ। ਅਤੇ ਉਵੇਂ ਉਸਦੇ ਲਹੂ ਦਾ ਬਹਾਉ ਸੁੱਕ ਗਿਆ ਔਰ ਆਪਣੇ ਸਰੀਰ ਵਿੱਚ ਮਾਲੂਮ ਕਰ ਲਿਆ ਜੋ ਮੈਂ ਇਸ ਬਲਾ ਤੋਂ ਛੁੱਟੀ ਹਾਂ। ਆਮੇਨ। ਕੀ ਹੋਇਆ? ਉਹਨੇ ਪਲੱਗ ਇਨ ਕਰਤਾ, ਨੇਚਰ ਦੇ ਵਿੱਚ ਆ ਗਈ, ਜਿੱਥੇ ਉਹ ਚਾਹੁੰਦੀ ਸੀ ਉਹ ਕਰ ਲਿਆ। ਕੀ ਹੋਇਆ? ਉਸੇ ਵੇਲੇ
ਉਹਦਾ ਜਿਹੜੀ ਬਿਮਾਰੀ ਸੀਗੀ ਉਸੇ ਵੇਲੇ ਉਹ ਠੀਕ ਹੋ ਗਈ। ਤੁਹਾਡੇ ਨਾਲ ਵੀ ਇਦਾਂ ਹੀ ਹੋ ਸਕਦਾ ਹੈ। ਪਰਮੇਸ਼ਰ ਕਹਿੰਦਾ ਨੇਚਰ ਦੀ ਲੜਾਈ ਲੜਨ ਦੀ ਜ਼ਰੂਰਤ ਹੈ। ਮੈਨੂੰ ਪਤਾ ਨਹੀਂ ਤੁਸੀਂ ਕਿਹੜੀ ਇਸ ਵੇਲੇ ਲੜਾਈ ਲੜ ਰਹੇ ਆ, ਪਰ ਨੇਚਰ ਦੀ ਲੜਾਈ ਲੜਨ ਨੂੰ ਜ਼ਰੂਰਤ ਹੈ। ਜੀਸਸ ਨੂੰ ਉਸੇ ਵੇਲੇ ਪਤਾ ਲੱਗਾ ਬਈ ਜਿਹੜੀ ਮੇਰੇ ਵਿੱਚ ਸ਼ਕਤੀ ਆ ਠੀਕ ਕਰਨ ਵਾਲੀ, ਓਕੇ, ਬਹੁਤ ਇਦਾਂ ਤੁਸੀਂ ਘਰ ਬੈਠੇ ਜੇ ਤੁਸੀਂ ਨੇਚਰ ਰੱਖਦੇ ਆ ਕਹਿਣਾ ਜੀ ਮੈਂ ਠੀਕ ਹੋ ਜਾਣਾ, ਮੈਂ ਠੀਕ ਹੋ ਜਾਣਾ, ਨਹੀਂ ਹੋਣਾ ਹੈਗਾ। ਜੀਸਸ ਦੇ ਕੋਲ ਠੀਕ ਕਰਨ ਵਾਲੀ ਸ਼ਕਤੀ ਆ। ਬਹੁਤ ਲੋਕੀ ਸਮਝਦੇ ਖਰੇ ਨੇਚਰ ਦੇ ਨਾਲ ਹੀ ਠੀਕ ਹੋ ਜਾਂਦੇ ਆ। ਨੋ, ਨੇਚਰ ਏਦਾਂ ਠੀਕ ਹੁੰਦੇ ਜੇ ਨੇਚਰ ਜੀਸਸ ਦੇ ਵਿੱਚ ਰੱਖੀ ਹੋਈ ਹੈ ਤਾਂ। ਜੀਸਸ ਠੀਕ ਕਰਦਾ, ਪਰ ਉਹ ਨੇਚਰ ਦੇ ਨਾਲ ਅਸੀਂ ਉਹਦੇ ਕੋਲ ਪਾਉਂਦੇ ਹਾਂ। ਸੋ ਕਿ ਇੱਥੇ ਅਸੀਂ ਦੇਖਦੇ ਹਾਂ ਜਦੋਂ ਉਹਨੇ ਜੀਸਸ ਨੂੰ ਛੂਹਿਆ ਤੇ ਜੀਸਸ ਦੇ ਵਿੱਚੋਂ ਉਹ ਸ਼ਕਤੀ ਗਈ। ਉਦਾਂ ਹੀ ਨੇਚਰ ਦੇ ਨਾਲ ਨਹੀਂ ਹੋਇਆ ਹੈਗਾ। ਜੇ ਅਸੀਂ ਹੋਰ ਚੀਜ਼ਾਂ ਨੂੰ ਮੰਨਦੇ ਹਾਂ, ਹੋਰ ਲੋਕਾਂ ਨੂੰ ਮੰਨਦੇ ਹਾਂ, ਹੋਰ ਜਗ੍ਹਾ ਨੂੰ ਮੰਨਦੇ ਹਾਂ, ਕਿਸੇ ਚੀਜ਼ਾਂ ਦੇ ਵਿੱਚ ਸਾਡੀ ਹੋਰ ਉੱਥੋਂ ਸ਼ਕਤੀ ਨਹੀਂ ਆਉਣੀ ਹੈਗੀ। ਸ਼ਕਤੀ ਪਰਮੇਸ਼ਰ ਦੇ ਕੋਲ ਆਉਂਦੀ, ਸ਼ਕਤੀ ਜੀਸਸ ਦੇ ਕੋਲ ਆਉਂਦੀ ਠੀਕ ਕਰਨ ਵਾਸਤੇ। ਆਪਾਂ 30ਵੀਂ ਆਇਤ ਪੜ੍ਹ ਕੇ ਦੇਖਦੇ ਜਿੱਥੇ ਸਾਨੂੰ ਬਹੁਤ ਸਾਫ਼ ਤਰ੍ਹਾਂ ਦੱਸਦੇ ਆ। ਮਾਰਕਸ ਦਾ 5ਵਾਂ ਚੈਪਟਰ ਤੇ ਉਹਦੀ 30ਵੀਂ ਆਇਤ ਵਿੱਚ ਇਦਾਂ ਲਿਖਿਆ, ਅਤੇ ਯੀਸ਼ੂ ਨੇ ਉਸ ਵੇਲੇ ਆਪਣੇ ਮਨ ਵਿੱਚ ਜਾਣ ਕੇ ਜੋ ਮੇਰੇ ਵਿੱਚੋਂ ਸ਼ਕਤੀ ਨਿਕਲੀ ਹੈ ਉਸ ਭੀੜ ਦੀ ਵੱਲ ਮੁੜ ਕੇ ਕਿਹਾ, ਮੇਰੇ ਕੱਪੜੇ ਨੂੰ ਕਿਹਨੇ ਛੋਇਆ। ਆਮੀਨ। ਸੋ ਇੱਥੇ ਦੇਖਦੇ ਹਾਂ ਜਿਹੜੀ ਸ਼ਕਤੀ ਸੀਗੀ ਜੀਸਸ ਦੇ ਵਿੱਚੋਂ ਗਈ ਸੀ। ਐਵੇਂ ਨੇਚਰ ਰੱਖੀ ਤੇ ਨਹੀਂ ਹੁੰਦੀ ਹੈਗੀ, ਐਵੇਂ ਬੋਲਣਾ ਨਹੀਂ ਹੁੰਦੀ ਹੈਗੀ। ਵਿਅਕਤੀ ਅਸੀਂ ਸਹੀ ਵੀ ਬੋਲਦੇ, ਬੋਲਣਾ ਚਾਹੀਦਾ ਸਾਨੂੰ ਪੋਜ਼ਿਟਿਵ, ਕੋਈ ਇਹਦੇ ਵਿੱਚ ਪ੍ਰੋਬਲਮ ਨਹੀਂ, ਪਰ ਸਾਨੂੰ ਨੇਚਰ ਰੱਖਣ ਦੀ ਜ਼ਰੂਰਤ ਹੈ ਬਈ ਜੀਸਸ ਦੇ ਵਿੱਚੋਂ ਸ਼ਕਤੀ ਆਉਣੀ ਹੈ ਮੈਨੂੰ ਠੀਕ ਕਰਨ। ਓਕੇ, ਉਹ ਠੀਕ ਕਰਦਾ ਹੈ। ਸੋ ਪ੍ਰੇਜ਼ ਦ ਲਾਰਡ। ਜਦੋਂ 4 ਚੁਫੇਰੇ ਧੱਕੇ ਪੈਂਦੇ ਸੀ, ਲੋਕੀ ਉਹਨੂੰ ਧੱਕੇ ਮਾਰਦੇ ਸੀਗੇ ਜੀਸਸ ਨੂੰ, ਓਕੇ, ਭੀੜ ਦੇ ਵਿੱਚ ਸੀਗੇ, ਤੇ ਚੇਲੇ ਜੀਸਸ ਨੂੰ ਕਹਿੰਦੇ ਆ ਜੀ 4 ਚੁਫੇਰੇ ਸਾਨੂੰ ਤੁਹਾਨੂੰ ਧੱਕੇ ਪੈਂਦੇ ਆ, ਤੁਸੀਂ ਇਹ ਕਿਹੜੀ ਗੱਲ ਕਹਿੰਦੇ ਆ ਵੀ ਮੈਨੂੰ ਕਿਹਨੇ ਛੁਆਇਆ। ਮੈਂ ਕੀ ਕਹਿੰਦਾ ਸੀ, ਇੱਕ ਪਲੱਗ ਇਨ ਆ, ਹੋਰ ਕੋਈ ਉਸ ਪਲੱਗ ਲਾ ਨਹੀਂ ਸਕਿਆ ਹੈਗਾ। ਜੀਸਸ ਦੇ ਨਾਲ ਲੱਗਦੇ ਆ, ਕੱਪੜਿਆਂ ਨੂੰ ਹੱਥ ਲਾਉਂਦੇ ਆ, ਪਰ ਉਹਨੂੰ ਉਹ ਸ਼ਕਤੀ ਨਹੀਂ ਲੈ ਸਕੇ। ਸ਼ਕਤੀ ਉਦੋਂ ਹੀ ਮਿਲਦੀ ਸੀ ਜਦੋਂ ਉਹ ਨੇਚਰ ਰੱਖਦੇ ਸੀ। ਇਹ ਲੜਾਈ ਕਾਹਦੀ ਆ? ਨੇਚਰ ਦੀ। ਉਹ ਮਾਸ ਦੇ ਨਾਲ ਹੱਥ ਲਾਉਂਦੇ ਸੀਗੇ, ਖੂਨ ਤਾਂ ਮਾਸ ਨੂੰ ਟੱਚ ਕਰਦੇ ਸੀ, ਖੂਨ ਤਾਂ ਮਾਸ ਨਾਲ ਹੱਥ ਲਾਉਂਦੇ ਸੀਗੇ, ਪਰ ਉਹਦੇ ਵਿੱਚੋਂ ਨਹੀਂ ਸੀ। ਪਰ ਇਹ ਜਿਹੜੀ ਔਰਤ ਸੀਗੀ, ਇਹ ਜਿਹੜੀ ਭੈਣ ਸੀਗੀ, ਇਹ ਨੇਚਰ ਦੇ ਨਾਲ ਹੱਥ ਲਾ ਕੇ ਆਈ। ਕੀ ਕਹਿੰਦੀ ਸੀ? ਜੇ ਮੈਂ ਉਹਦੇ ਕਿਤੇ ਕੱਪੜੇ ਨੂੰ ਹੱਥ ਲਾ ਦੇਵਾਂ। ਨੇਚਰ ਵਾਲਾ ਉਹਨੇ ਹੱਥ ਲਾਇਆ। ਪਰ ਜੀਸਸ ਫੇਰ ਵੀ 4 ਚੁਫੇਰੇ ਦੇਖਦਾ ਆ ਬਈ ਕੌਣ ਠੀਕ ਹੋਇਆ, ਮੇਰੇ ਤੋਂ ਕਿਹਨੇ ਸ਼ਕਤੀ ਕੱਢੀ ਆ ਨੇਚਰ ਦੇ ਨਾਲ। ਤੇ ਉਹ ਭੈਣ ਨੇ ਦੇਖਿਆ ਬਈ ਹੁਣ ਜ਼ਾਹਰ ਹੋ ਗਿਆ, ਜੀਸਸ ਨੂੰ ਪਤਾ ਆ ਕਿਹਨੇ ਕੱਢੀ ਆ, ਤੇ ਉਹ ਆ ਕੇ ਉਹਦੇ ਪੈਰੀਂ ਪੈ ਜਾਂਦੀ ਆ ਤੇ ਕੰਬਦੀ ਆ ਬਈ ਖਰਿਆ ਮੈਂ ਰੋਂਗ ਕਰ ਲਿਆ। ਪਰ ਜੀਸਸ ਉਹਨੂੰ ਕਹਿੰਦਾ ਆ ਨਹੀਂ, ਤੂੰ ਰੋਂਗ ਨਹੀਂ ਕੀਤਾ, ਠੀਕ ਸੀਗਾ। ਆਪਾਂ 33 ਤੇ 34 ਆਇਤ ਪੜ੍ਹਦੇ ਹਾਂ। ਹਾਂਜੀ, ਇਹਦੇ ਵਿੱਚ ਇਹ ਆ ਮਾਰਕਸ ਚੈਪਟਰ 5 ਤੇ ਉਹਦੀ 33, 34, 33 ਤੇ 34। ਉੱਥੇ ਲਿਖਿਆ, ਤਦ ਉਹ ਜਨਾਨੀ ਜੋ ਕੁਝ ਉਸ ਉੱਤੇ ਬੀਤਿਆ ਸੀ ਜਾਣ ਕੇ ਡਰਦੀ ਅਤੇ ਕੰਬਦੀ ਆਈ ਅਤੇ ਉਹਦੇ ਚਰਨਾਂ ਉੱਤੇ ਡਿੱਗ ਕੇ ਸਾਰੀ ਹਕੀਕਤ ਉਹਨੂੰ ਦੱਸ ਦਿੱਤੀ। ਤਾਂ ਉਹਨੇ ਉਸ ਨੂੰ ਆਖਿਆ, ਹੇ ਬੇਟੀ, ਤੇਰੀ ਨੇਚਾ ਨੇ ਤੈਨੂੰ ਚੰਗਾ ਕੀਤਾ ਹੈ, ਸਲਾਮਤ ਚਲੀ ਜਾ ਅਤੇ ਆਪਣੀ ਬਲਾ ਤੋਂ ਬਚੀ ਰਹਿ। ਆਮੀਨ। ਕੀ ਉੱਤੇ ਇੱਕ ਬਲਾ ਆਈ ਸੀ? ਅੱਜ ਕੱਲ੍ਹ ਵੀ ਇੱਕ ਬਲਾ ਆਈ ਹੋਈ ਆ। ਯੈਸ। ਓਕੇ, ਅਸੀਂ ਉੱਤੇ ਫਤਿਹ ਪਾ ਸਕਦੇ ਹਾਂ, ਅਸੀਂ ਜਿੱਤ ਸਕਦੇ ਹਾਂ। ਇਹ ਆਪਾਂ ਸਿਖਾ ਰਹੇ ਹਾਂ। ਸੋ ਹੋ ਸਕਦਾ ਤੁਹਾਡੇ ਘਰ ਦੇ ਵਿੱਚ ਵੀ ਬਲਾ ਆਈ ਹੋਵੇ, ਪਰ ਜੇ ਤੁਸੀਂ ਜੀਸਸ ਵੱਲ ਨੂੰ ਦੇਖਿਆ, ਜੀਸਸ ਕੋ ਪ੍ਰੇ ਕੀਤੀ, ਉਹਦੇ ਨਾਲ ਨੇਚਰ ਦੇ ਨਾਲ ਪਲੱਗ ਲਾ ਲਿਆ, ਤੇ ਜਿਹੜੀ ਤੁਹਾਡੇ ਘਰ ਵਿੱਚ ਬਿਮਾਰ ਹੋ ਰਹੀ ਉਹ ਸਾਰੀ ਬਲਾ ਆਈ ਹੈ, ਸਾਰੀ ਨਾਸ਼ ਹੋ ਜਾਣੀ ਹੈ। ਕਿਉਂਕਿ ਜਿਹੜੀ ਉਹਦੇ ਵਿੱਚ ਸ਼ਕਤੀ ਆ ਉਹਨੇ ਉਹਨੂੰ ਨਾਸ਼ ਕਰ ਦੇਣਾ। ਜੀਸਸ ਨੇੜੇ ਦੀਆਂ ਚੀਜ਼ਾਂ ਨੂੰ ਨਾਸ਼ ਕਰਦਾ। ਉਹਦੇ ਕੋਲ ਇੱਕ ਮਸਾ ਹੈ, ਇੱਕ ਅਨੋਇੰਟਿੰਗ ਆ, ਉਹਦੇ ਨਾਲ ਨਾਸ਼ ਹੋ ਜਾਂਦੇ ਆ।
ਸੋ ਇੱਥੇ ਸਾਨੂੰ ਬਹੁਤ ਸਾਫ਼ ਤਰ੍ਹਾਂ ਦੱਸਦੇ ਆ ਤੇ ਜੀਸਸ ਨੇ ਉਸ ਭੈਣ ਨੂੰ ਕਿਹਾ ਬਈ ਤੇਰੀ ਨੇਚਾ ਨੇ ਤੈਨੂੰ ਠੀਕ ਕੀਤਾ। ਜ਼ਰੂਰ ਨੇਚਾ ਉਹਦੀ ਇਦਾਂ ਸੀਗੀ ਮੈਂ ਜੇ ਜੀਸਸ ਤੇ ਹੱਥ ਲਾ ਲਿਆ ਤਾਂ ਓਕੇ। ਸੋ ਇਹ ਮੈਂ ਬਾਰ-ਬਾਰ ਕਹਿੰਦਾ ਵੀ ਅਸੀਂ ਬਹੁਤ ਵਾਰੀ ਅਸੀਂ ਸਮਝਣ ਲੱਗ ਪਏ ਨੇ ਖਰੇ ਜੀ ਅਸੀਂ ਉੱਦਾਂ ਹੀ ਨੇਚਰ ਉੱਦਾਂ ਹੀ ਕਹਿਣ ਲੱਗ ਪਏ ਮੈਂ ਠੀਕ ਹੋ ਜਾਣਾ ਮੈਂ ਠੀਕ ਹੋ ਜਾਣਾ ਮੈਂ ਠੀਕ ਹੋ ਨਾ ਇੱਦਾਂ ਨਹੀਂ ਠੀਕ ਹੋਣਾ ਹੈਗਾ। ਜੇ ਅਸੀਂ ਯਿਸੂ ਮਸੀਹ ਦੇ ਮਾਰ ਖਾਣ ਨਾਲ ਰੋਏ ਹੁੰਦੇ ਆ ਕਹਿੰਦੇ ਆ ਫੇਰ ਠੀਕ ਹੋਣਾ ਕਾਹਤੇ ਕਰਕੇ ਉਹਨੇ ਕੀਮਤ ਦਿੱਤੀ ਹੋਈ ਆ ਉਹਨੇ ਜਿੱਤਿਆ ਆ। ਆਪਾਂ ਪਿਛਲੇ ਹਫ਼ਤੇ ਦੇਖਿਆ ਸੀਗਾ ਜੀਸਸ ਵੀ ਬਾਈਬਲ ਦੇ ਵਿੱਚੋਂ ਕੋਟ ਕਰਦਾ ਸੀਗਾ ਫਤਿਹ ਪਾਉਣ ਵਾਸਤੇ। ਉਹ ਕਹਿੰਦਾ ਸੀ ਲਿਖਿਆ ਗਿਆ ਆ ਜੇ ਤੁਸੀਂ ਅੱਜ ਬਿਮਾਰੀਆਂ ਤੋਂ ਫਤਿਹ ਪਾਉਣਾ ਚਾਹੁੰਦੇ ਆ ਤੁਸੀਂ ਕਹਿ ਸਕਦੇ ਆ ਕੀ ਕਹਿ ਸਕਦੇ ਆ ਜੀਸਸ ਨੇ ਸਾਡੀਆਂ ਬਿਮਾਰੀਆਂ ਕ੍ਰਾਸ ਉੱਤੇ ਚੱਕ ਲਈਆਂ ਸੀ ਉਹਦੀ ਮਾਰ ਖਾਣ ਦੇ ਨਾਲ ਮੈਂ ਰੋਆ ਕੀਤਾ ਗਿਆ ਆ ਓਕੇ। ਜੇ ਸਾਨੂੰ ਅੱਜ ਹੋਰ ਕਿਸੇ ਚੀਜ਼ ਦੀ ਲੋੜ ਆ ਸਾਨੂੰ ਫਿਰ ਇਹ ਆਇਤ ਕੋਟ ਕਰਨ ਦੀ ਜ਼ਰੂਰਤ ਨਹੀਂ ਹੈਗੀ। ਸਾਨੂੰ ਜਿਹੜੀ ਚੀਜ਼ ਦੀ ਲੋੜ ਆ ਉਹ ਕੋਟ ਕਰਦੀ ਉਹ ਕਹਿਣ ਦੀ ਜ਼ਰੂਰਤ ਆ। ਜੇ ਹੋ ਸਕਦਾ ਜੇ ਸਾਨੂੰ ਇਸ ਵੇਲੇ ਪੈਸਿਆਂ ਦੀ ਘਟਿਆ ਅਸੀਂ ਕਹਿ ਸਕਦੇ ਹਾਂ ਉਹ ਮੇਰੀਆਂ ਸਾਰੀਆਂ ਲੋੜਾਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਪੂਰੀਆਂ ਕਰਦਾ ਆ ਓਕੇ। ਹੋ ਸਕਦਾ ਅਸੀਂ ਕਿਸੇ ਚੀਜ਼ ਦੇ ਵਿੱਚ ਕਮਜ਼ੋਰ ਹੋਈਏ ਕੋਈ ਕੰਮ ਨਾ ਕਰ ਸਕੀਏ ਫਿਰ ਅਸੀਂ ਕਹਿ ਸਕਦੇ ਹਾਂ ਮੈਂ ਸਭ ਕੁਝ ਉਹਦੇ ਵਿੱਚ ਕਰ ਸਕਦਾ ਜਿਹੜਾ ਮੈਨੂੰ ਬਲ ਬਖਸ਼ਦਾ ਆ। ਸੋ ਸਾਨੂੰ ਪ੍ਰੋਮਿਸ ਟੋਲਣੀ ਪੈਣੀ ਆ ਜਿਹੜੀ ਸਾਡੇ ਵਾਸਤੇ ਸਹੀ ਆ ਜਿਹੜੀ ਚੀਜ਼ ਵਾਸਤੇ ਅਸੀਂ ਇਸ ਵੇਲੇ ਕਰਨਾ ਹੈ ਓਕੇ। ਸੋ ਇਹ ਆਪਾਂ ਮੈਂ ਇਹਦੇ ਚੋਂ ਜਦੋਂ ਕੈਚਅਪ ਆਪਾਂ ਇਹਨੂੰ ਰਾਉਂਡ ਅਪ ਕਰਨ ਲੱਗੇ ਮੈਂ ਫਿਰ ਇਹਨੂੰ ਤੁਹਾਨੂੰ ਦੱਸੂਗਾ। ਸੋ 17ਵੀਂ ਆਇਤ ਦੇ ਵਿੱਚ ਅਸੀਂ ਦੇਖਦੇ ਹਾਂ 27ਵੀਂ ਆਇਤ ਦੇ ਵਿੱਚ ਅਸੀਂ ਦੇਖਿਆ ਸੀਗਾ ਉਹਨੇ ਸੁਣਿਆ ਓਕੇ। ਆਪਾਂ ਫਿਰ ਇੱਕ ਵਾਰੀ 27 ਆਇਤ ਪੜ੍ਹਦੇ ਹਾਂ ਉਹਨੇ ਸੁਣਿਆ ਓਕੇ। ਹਾਂਜੀ ਹਾਂਜੀ 27 ਆਇਤ 27 ਮਾਰਕਸ ਦਾ 5ਵਾਂ ਚੈਪਟਰ। ਉਹ ਯਿਸੂ ਦੀ ਖਬਰ ਸੁਣ ਕੇ ਭੀੜ ਵਿੱਚ ਪਿੱਛੋਂ ਦੀ ਹੋ ਕੇ ਆਈ ਅਤੇ ਉਹਦਾ ਕੱਪੜਾ ਛੋਹ ਲਿਆ। ਆਮੀਨ। ਸੋ ਸਾਨੂੰ ਸੁਣਨ ਦੀ ਜ਼ਰੂਰਤ ਹੈ। ਕੀ ਸੁਣਨ ਦੀ ਜ਼ਰੂਰਤ ਹੈ? ਪ੍ਰਭੂ ਦਾ ਬਚਨ ਸੁਣਨ ਦੀ ਜ਼ਰੂਰਤ ਹੈ। ਸਾਨੂੰ ਦੇਖਣ ਦੀ ਸਾਨੂੰ ਭਾਲਣ ਦੀ ਸਾਨੂੰ ਟੋਲਣ ਦੀ ਜ਼ਰੂਰਤ ਆ ਜਿਹੜਾ ਸਾਨੂੰ ਪ੍ਰਭੂ ਦਾ ਬਚਨ ਚਾਹੀਦਾ ਹੈ। ਜਦੋਂ ਆਪਾਂ ਪਿਛਲੇ ਹਫ਼ਤੇ ਜੀਸਸ ਦਾ ਦੇਖਦੇ ਸੀਗੇ ਉਹ ਬਚਨ ਬੋਲਦਾ ਸੀ ਉਹ ਜਿਹੜਾ ਉੱਥੇ ਲਾਜਮੂ ਸੀਗਾ ਜਿਹੜੇ ਉਸ ਲੜਾਈ ਦੇ ਵਿੱਚ ਉਹਨੂੰ ਚਾਹੀਦਾ ਸੀਗਾ। ਜੇ ਤੁਸੀਂ ਇਸ ਵੇਲੇ ਸ਼ਿਫਾ ਦੀ ਲੜਾਈ ਲੜ ਰਹੇ ਆ ਫਿਰ ਸਾਨੂੰ ਸ਼ਿਫਾ ਦੇ ਬਚਨ ਦੀ ਜ਼ਰੂਰਤ ਆ। ਜੇ ਸਾਨੂੰ ਕਿਸੇ ਚੀਜ਼ ਦੀ ਘਾਟ ਆ ਸਾਡਾ ਸਰਦਾ ਨਹੀਂ ਹੈਗਾ ਫਿਰ ਸਾਨੂੰ ਉਹ ਬਚਨ ਦੀ ਲੋੜ ਆ ਜਿਹੜਾ ਸਾਨੂੰ ਪ੍ਰਭੂ ਦੱਸਦਾ ਆ। ਫਿਰ ਸਾਨੂੰ ਉਹ ਪ੍ਰਭੂ ਦੇ ਬਚਨ ਵਿੱਚੋਂ ਦੇਖਣਾ ਵੀ ਪੈਣਾ। ਮੈਂ ਹਰ ਵੇਲੇ ਕਹਿੰਦਾ ਹੁੰਦਾ ਬਈ ਪ੍ਰਭੂ ਤਾਂ ਕਰ ਦੂਗਾ ਜੋ ਲਿਖਿਆ ਆ ਪਰ ਸਾਨੂੰ ਉਹਦੇ ਵਿੱਚ ਕੀ ਕਰਨ ਦੀ ਜ਼ਰੂਰਤ ਆ। ਬਹੁਤ ਵਾਰੀ ਜਿਹੜੇ ਬਾਈਬਲ ਵਰਸਿਸ ਹੁੰਦੇ ਆ ਉਹ ਟੂ ਵੇ ਦੋ ਪਾਸੀ ਆ। ਕੁਛ ਸਾਨੂੰ ਕਰਨ ਦੀ ਜ਼ਰੂਰਤ ਆ ਕੁਛ ਪ੍ਰਭੂ ਨੂੰ ਕਰਨ ਦੀ ਜ਼ਰੂਰਤ ਆ। ਉਹਨੇ ਕਦੇ ਫੇਲ ਨਹੀਂ ਹੋਣਾ ਹੈਗਾ ਪਰ ਜੋ ਸਾਨੂੰ ਕਰਨ ਦੀ ਜ਼ਰੂਰਤ ਹੈ ਸਾਨੂੰ ਉਹ ਕਰਨ ਦੀ ਜ਼ਰੂਰਤ ਹੈ। ਸੋ ਜੇ ਅਸੀਂ ਕਹਿੰਦੇ ਹਾਂ ਉਹ ਸਾਡੀਆਂ ਸਾਰੀਆਂ ਲੋੜਾਂ ਯਿਸੂ ਮਸੀਹ ਦੇ ਵਿੱਚ ਪੂਰੀਆਂ ਕਰਦਾ ਆ ਪਰ ਉਦੋਂ ਇਸ ਆਇਤ ਤੋਂ ਪਹਿਲਾਂ ਉਹ ਸਾਨੂੰ ਦੱਸਦਾ ਆ ਬਈ ਜਦੋਂ ਅਸੀਂ ਪਹਿਲਾਂ ਪ੍ਰਭੂ ਨੂੰ ਦਿੰਦੇ ਆ ਉਹ ਫਿਰ ਸਾਨੂੰ ਪ੍ਰੈਸ ਡਾਊਨ ਰਨਿੰਗ ਓਵਰ ਦਿੰਦਾ ਆ। ਸੋ ਸਾਨੂੰ ਕੀ ਕਰਨਾ ਪੈਣਾ ਪਹਿਲਾਂ ਸਾਨੂੰ ਵੀ ਕਿਤੇ ਦੇਣ ਦੀ ਜ਼ਰੂਰਤ ਆ। ਮੈਂ ਬਹੁਤ ਵਾਰੀ ਐਗਜ਼ਾਮਪਲ ਯੂਜ਼ ਕੀਤੇ ਆ। ਅੱਜ ਆਪਣੇ ਕੋਲ ਟਾਈਮ ਥੋੜ੍ਹਾ ਉਹਦੇ ਵਿੱਚ ਆਪਾਂ ਨਹੀਂ ਕੁਛ ਬੜਾ ਡੂੰਘਾ ਜਾ ਸਕਦੇ ਹੈਗੇ ਪਰ ਕਈ ਵਾਰੀ ਸਾਨੂੰ ਪ੍ਰਭੂ ਫਿਰ ਇੱਦਾਂ ਕਹਿੰਦਾ ਆ ਬਈ ਤੁਸੀਂ ਪਹਿਲਾਂ ਕੁਛ ਦਿਓ। ਜੇ ਮੈਂ ਥੋੜ੍ਹਾ ਜਿਹਾ ਇਹਦੇ ਵਿੱਚੋਂ ਦੇਖ ਸਕਾਂ ਉਹ ਇਹ ਆ ਇੱਕ ਭੈਣ ਸੀਗੀ ਉਹਦੇ ਘਰ ਦੇ ਵਿੱਚ ਕੁਛ ਨਹੀਂ ਸੀਗਾ ਤੇ ਕੋਈ ਰੱਬ ਦਾ ਆਦਮੀ ਆਉਂਦਾ ਆ ਤੇ ਉਹ ਆ ਕੇ ਮੰਗਦਾ ਕਹਿੰਦਾ ਭੈਣ ਬਈ ਮੈਨੂੰ ਥਿਆ ਬਹੁਤ ਲੱਗੀ ਆ ਤੇ ਮੈਨੂੰ ਪਾਣੀ ਦਾ ਗਲਾਸ ਲਿਆ ਕੇ ਦੇ। ਤੇ ਉਹ ਪਾਣੀ ਦਾ ਗਲਾਸ ਲੈਣ ਚੱਲੀ ਆ ਕਹਿੰਦਾ ਇਦਾਂ ਹੀ ਇੱਕ ਰੋਟੀ ਵੀ ਨਾਲੇ ਹੱਥ ਵਿੱਚ ਫੜ ਲਏ। ਉਹ ਕਹਿੰਦੀ ਆ ਰੱਬ ਦੇ ਆਦਮੀ ਨੂੰ ਕਹਿੰਦੀ ਹੋਰ ਤਾਂ ਵੀ ਪਾਣੀ ਤਾਂ ਹੈਗਾ ਮੇਰੇ ਕੋਲ ਪਰ ਕਹਿੰਦੀ ਰੋਟੀ ਸਾਡੇ ਕੋਲ 2 ਹੀ ਰੋਟੀਆਂ ਆ ਜਿੰਨਾ ਕਾਟਾ ਕਹਿੰਦੀ ਸਿਰਫ ਉਹਦੀਆਂ 2 ਹੀ ਰੋਟੀਆਂ ਬਣਨੀਆਂ ਇੱਕ ਮੇਰੇ ਮੁੰਡੇ ਵਾਸਤੇ ਇੱਕ ਮੇਰੇ ਵਾਸਤੇ ਹੋਰ ਸਾਡੇ ਕੋਲ ਹੈ ਨਹੀਂ। ਉਹ ਕਹਿੰਦਾ ਆਪਣੇ ਵਾਸਤੇ ਫੇਰ ਬਣਾਈ ਕਹਿੰਦਾ ਇੱਕ ਪਹਿਲਾਂ ਮੇਰੇ ਵਾਸਤੇ ਬਣਾ ਲਿਆ।
ਬਹੁਤ ਖਰਾਬ ਚੀਜ਼ ਲੱਗਦੀ ਆ ਬਈ ਉਹ ਇੱਕ ਔਰਤ ਆ, ਵਿਧਵਾ ਔਰਤ ਆ, ਤੇ ਰੱਬ ਦਾ ਆਦਮੀ ਕਹਿ ਕੇ ਕਹਿੰਦਾ ਪਹਿਲਾਂ ਮੈਨੂੰ ਲਿਆ ਕੇ ਦੇ ਦੇ। ਓਕੇ, ਪਰ ਉਹਨੂੰ ਪਤਾ ਸੀ ਉਹ ਕੀ ਕਰ ਰਿਹਾ ਆ। ਓਕੇ, ਉਹਨੂੰ ਬਲੈਸਿੰਗ ਦੇਣ ਨੂੰ ਉਹਨੂੰ ਕੁਛ ਕਰਨ ਦੀ ਜ਼ਰੂਰਤ ਸੀਗੀ। ਬਹੁਤ ਵਾਰੀ ਜਦੋਂ ਸਾਨੂੰ ਬਲੈਸਿੰਗ ਮਿਲਣੀਆਂ ਆ, ਪ੍ਰਭੂ ਕਈ ਵਾਰੀ ਸਾਨੂੰ ਕੁਛ ਕਰਨ ਨੂੰ ਕਹਿੰਦਾ ਆ। ਓਕੇ, ਸੋ ਇੱਥੇ ਉਹਨੂੰ ਕੁਛ ਕਰਨ ਦੀ ਜ਼ਰੂਰਤ ਸੀ। ਜਦੋਂ ਉਹਨੇ ਪਹਿਲਾਂ ਉਹਨੂੰ ਰੋਟੀ ਬਣਾ ਕੇ ਲਿਆ ਕੇ ਦਿੱਤੀ, ਤੇ ਉਹਨੇ ਕੀ ਕਿਹਾ? ਉਹ ਕਹਿੰਦਾ ਤੇਰੇ ਪਰਾਸਨ ਦੇ ਵਿੱਚੋਂ ਆਟਾ ਨਾ ਮੁੱਕੂਗਾ, ਤੇਰੀ ਕੁੱਪੀ ਦੇ ਵਿੱਚੋਂ ਤੇਲ ਨਾ ਮੁੱਕੂਗਾ, ਜਿੰਨਾ ਚਿਰ ਅਕਾਲ ਨਹੀਂ ਮੁੱਕਦਾ ਹੈਗਾ। ਸੋ ਕੀ ਹੋਇਆ? ਰੋਜ਼ ਉਹ ਤਾਂ ਉਹਦਾ ਮੁੰਡਾ ਤੇ ਉਹ ਆਦਮੀ ਜਿਹੜਾ ਉਹਦੇ ਨਾਲ ਰਹਿੰਦਾ ਆ, ਜਿਹੜਾ ਪਰਮੇਸ਼ਰ ਦਾ ਆਦਮੀ ਆਇਆ ਆ, ਉਹ ਖਾਂਦੇ ਆ, ਪਰ ਉਹ ਮੁੱਕਦਾ ਹੀ ਨਹੀਂ। ਰੋਟੀਆਂ ਬਣਾ ਲੈਂਦੇ, ਓਨਾ ਹੀ ਆਟਾ ਫੇਕ ਹੋ ਜਾਂਦਾ। ਤੇਲ ਯੂਜ਼ ਕਰ ਲੈਂਦੇ, ਓਨਾ ਹੀ ਤੇਲ ਫੇਕ ਹੋ ਜਾਂਦਾ। ਸੁਪਰ ਨੈਚੁਰਲ ਮਿਰਕਲ ਆ, ਪਰ ਕਈ ਵਾਰੀ ਸਾਨੂੰ ਕਰਨ ਦੀ ਜ਼ਰੂਰਤ ਆ। ਇਸ ਭੈਣ ਨੂੰ ਕੀ ਕਰਨ ਦੀ ਜ਼ਰੂਰਤ ਸੀਗੀ? ਜੀਸਸ ਕੋਲ ਜਾ ਕੇ ਉੱਥੇ ਪਹੁੰਚਣ ਦੀ ਜ਼ਰੂਰਤ ਸੀਗੀ। ਸੋ ਬਾਹਲੀ ਵਾਰੀ ਨੀਲੀ ਆਲ ਦਾ ਟਾਈਮ ਤੁਹਾਨੂੰ ਪ੍ਰਭੂ ਨੇ ਆਪਣੀ ਨੇਚਰ ਦਿਖਾਲਣ ਨੂੰ ਕੁਛ ਕਹਿਣਾ ਕਰਨ ਨੂੰ ਸਾਨੂੰ ਰੈਡੀ ਚਾਹੀਦਾ। ਇਸ ਭੈਣ ਨੂੰ ਕੀ ਸੀਗਾ? ਬਈ ਤੂੰ ਉੱਥੇ ਜਾ ਕੇ ਉਹਦੇ ਕੱਪੜਿਆਂ ਨੂੰ ਛੂਹਣਾ ਆ। ਆਮੀਨ। ਸੋ ਜਦੋਂ ਉਹਨੇ ਉਹਦੇ ਕੱਪੜਿਆਂ ਨੂੰ ਛੂਹਿਆ ਤੇ ਉਹ ਠੀਕ ਹੋ ਗਈ। ਸੋ ਪਹਿਲੀ ਚੀਜ਼ ਸੀਗੀ ਬਈ ਸਾਨੂੰ ਪਤਾ ਚਾਹੀਦਾ ਸਾਨੂੰ ਕੀ ਕਰਨ ਦੀ ਜ਼ਰੂਰਤ ਆ। ਸਾਨੂੰ ਬਾਈਬਲ ਵਰਸ ਉਹਦੇ ਵਿੱਚੋਂ ਚਾਹੀਦਾ, ਫਿਰ ਉੱਤੇ ਖੜੇ ਹੋਣ ਦੀ ਜ਼ਰੂਰਤ ਆ। ਦੂਸਰੀ ਚੀਜ਼ ਆ, ਅਸੀਂ ਮੰਗਣਾ ਕਿੱਦਾਂ ਆ। ਸੋ ਸਾਨੂੰ ਮੰਗਣਾ ਕਿੱਦਾਂ? ਇਸ ਭੈਣ ਨੂੰ ਉੱਥੇ ਜਾ ਕੇ ਜੀਸਸ ਨੂੰ ਟੱਚ ਕਰਨ ਦੀ ਜ਼ਰੂਰਤ ਸੀਗੀ, ਉਹਨੂੰ ਛੂਹਣ ਦੀ ਜ਼ਰੂਰਤ ਸੀਗੀ। ਉਹਨੂੰ ਮੰਗਣਾ ਵੀ ਨਹੀਂ ਪਿਆ। ਉਹਦਾ ਜਿਹੜਾ ਮੰਗਣਾ ਸੀ, ਉਹਦੀ ਜਿਹੜੀ ਪ੍ਰੇਅਰ ਸੀਗੀ, ਇਹੀ ਸੀਗੀ, ਮੈਂ ਉਹਨੂੰ ਜੇ ਛੂਹ ਲਵਾਂ ਤਾਂ। ਸੋ ਇੱਥੇ ਉਹ ਕਰਦੀ ਆ ਜੋ ਜੀਸਸ ਨੇ ਉਹਨੂੰ, ਜੋ ਉਹਨੂੰ ਬਾਈਬਲ ਉਹਦੇ ਵਿੱਚੋਂ ਆਇਆ ਵੀ ਮੈਂ ਇੱਦਾਂ ਮੈਨੂੰ ਕਰਨ ਦੀ ਜ਼ਰੂਰਤ ਹੈ। ਸੋ ਸਾਨੂੰ ਇੱਥੇ ਬਹੁਤ ਕਲੀਅਰਲੀ ਦੱਸ ਰਹੇ ਆ ਸਾਨੂੰ ਕੀ ਕਰਨ ਦੀ ਜ਼ਰੂਰਤ ਹੈ। ਤੀਸਰੀ ਆਇਤ ਹੈ, ਜਦੋਂ ਇਹ ਸਾਰੀਆਂ ਚੀਜ਼ਾਂ ਅਸੀਂ ਦੋਏ ਕਰ ਲਈਆਂ, ਸਾਨੂੰ ਕਈ ਵਾਰੀ ਉੱਤੇ ਥੋੜਾ ਚਿਰ ਖੜੇ ਹੋਣ ਦੀ ਜ਼ਰੂਰਤ ਹੈ। ਜਦੋਂ ਅਸੀਂ ਉੱਤੇ ਖੜੇ ਹੁੰਨੇ ਆ ਤੇ ਫਿਰ ਉਹ ਆਉਣ ਲੱਗਦਾ ਹੈ। ਕਈ ਵਾਰੀ ਉਹ ਇਮੀਡੀਏਟਲੀ ਮਿਰਕਲ ਹੋ ਜਾਂਦੀ ਹੈ, ਕਈ ਵਾਰੀ ਉਦੋਂ ਬਾਅਦ ਥੋੜਾ ਜਿਹਾ ਟਾਈਮ ਲੱਗਣਾ ਹੈ। ਸੋ ਉਹਦੇ ਵਿੱਚ ਸਾਨੂੰ ਖੜੇ ਹੋਣ ਦੀ ਜ਼ਰੂਰਤ ਪੈਣੀ ਹੈ। ਜਦੋਂ ਅਸੀਂ ਖੜੇ ਹੁੰਨੇ, ਬਾਹਲੀ ਵਾਰੀ ਅਸੀਂ ਉਦੋਂ ਫੇਲ ਹੋ ਜਾਂਦੇ ਹਾਂ। ਹਾਂਜੀ, ਸਾਡੇ ਕੋਲ ਪੇਸ਼ੈਂਸ ਹੈ ਨਹੀਂ। ਪਿਛਲੇ ਜ਼ਮਾਨੇ ਦੇ ਵਿੱਚ ਲੋਕਾਂ ਕੋਲ ਪੇਸ਼ੈਂਸ ਬਹੁਤ ਹੁੰਦੇ ਸੀ। ਆਪਾਂ ਇਬਰਾਹਿਮ ਦੇ ਬਾਰੇ ਦੇਖਦੇ ਸੀਗੇ, ਉਹਨੇ 25 ਸਾਲ ਵੇਟ ਕੀਤੀ। ਮੈਂ ਸ਼ੋਰ ਹੈ ਤੁਹਾਨੂੰ 25 ਸਾਲ ਦੀ ਵੇਟ ਕਰਨੀ ਪੈਣੀ ਹੈਗੀ, ਪਰ ਹੋ ਸਕਦਾ ਥੋੜਾ ਚਿਰ ਸਾਨੂੰ ਪੇਸ਼ੈਂਸ ਸਾਨੂੰ ਚੈੱਕ ਕਰਦਾ, ਨੇਚਰ ਸਾਨੂੰ ਚੈੱਕ ਕਰਦੀ ਹੈ, ਸ਼ੈਤਾਨ ਸਾਡੀਆਂ ਚੀਜ਼ਾਂ ਤੇ ਅੜਿੱਕਾ ਪਾਉਂਦਾ ਆ ਤੇ ਉਹ ਸਾਨੂੰ ਚੈੱਕ ਕਰਦਾ ਹੈ। ਜਿਹੜਾ ਜੋਬ ਸੀਗਾ, ਉਹਨੂੰ 6 ਮਹੀਨੇ ਆਪਣੀ ਨੇਚਰ ਦੇ ਵਿੱਚ ਆਉਣਾ ਪਿਆ। 6 ਮਹੀਨਿਆਂ ਦੇ ਬਾਅਦ ਬਾਈਬਲ ਆਪਾਂ ਨੂੰ ਦੱਸਦੀ ਆ, ਜਿੰਨੀਆਂ ਵੀ ਸ਼ੈਤਾਨ ਨੇ ਉਹ ਤੋਂ ਚੀਜ਼ਾਂ ਖੋਈਆਂ ਸੀਗੀਆਂ, ਉਹ ਸਾਰੀਆਂ ਉਹਨੂੰ ਵਾਪਸ ਦੇ ਦਿੱਤੀਆਂ। ਉਦੋਂ ਦੁੱਗਣੀਆਂ ਉਹਨੂੰ ਵਾਪਸ ਮਿਲ ਗਈਆਂ। ਉਹਦੀ ਸਿਹਤ ਐਨ ਠੀਕ ਹੋ ਜਾਂਦੀ ਹੈ ਤੇ ਉਹਦੇ ਨਿਆਣਿਆਂ ਦੀ ਮੌਤ ਹੋ ਗਈ ਸੀ। ਹੁਣ ਕੀ ਹੋਇਆ? ਪਰਮੇਸ਼ਰ ਨੇ ਉਹਨੂੰ 7 ਨਿਆਣੇ ਫੇਰ ਵਾਪਸ ਦੇ ਦਿੱਤੇ। ਉਦੋਂ ਬਾਅਦ ਉਹ 140 ਸਾਲ ਜੀਂਦਾ ਰਿਹਾ। ਪਰਮੇਸ਼ਰ ਵਾਸਤੇ ਕਦੇ ਵੀ ਔਖਾ ਨਹੀਂ ਹੈਗਾ, ਉਹ ਸਾਡੇ ਵਾਸਤੇ ਕਰ ਸਕਦਾ, ਪਰ ਉਹ ਸਾਨੂੰ ਥੋੜ੍ਹੇ ਜਿਹੇ ਟਾਈਮ ਦੀ ਖੁਸ਼ੀ ਖੜੇ ਹੋਣ ਦੀ ਜ਼ਰੂਰਤ ਪੈਣੀ ਹੈ। ਸੋ ਇੱਥੇ ਆਪਾਂ ਪੁੱਛਦੇ ਹਾਂ, ਜਿਹੜੀ ਅਸੀਂ ਇਹ ਲੜਾਈ ਲੜਦੇ ਹਾਂ, ਇਹਦੇ ਵਿੱਚ ਅਸੀਂ ਖੜੇ ਹਾਂ? ਇਹ ਵੱਡਾ ਟੈਸਟ ਪੈਂਦਾ ਹੈ। ਬਾਹਲੀ ਵਾਰੀ ਲੋਕਾਂ ਨੇ ਕਹਿਣਾ ਆ, ਪਾਸਟਰ ਜੀ ਮੈਂ ਤਾਂ 2 ਵੀਕਾਂ ਪ੍ਰੇ ਕਰਦਾ ਰਿਹਾ, ਕੁਛ ਹੋਇਆ ਹੀ ਨਹੀਂ ਹੈਗਾ, ਜਾਂ ਜੀ ਮੈਂ 2 ਦਿਨ ਪ੍ਰੇ ਕਰਦਾ ਰਿਹਾ, ਕੁਛ ਹੋਇਆ ਹੀ ਨਹੀਂ ਹੈਗਾ। ਓਕੇ, ਇਹ ਜਦੋਂ ਆਪਾਂ ਖੜੇ ਹੁੰਦੇ ਹਾਂ, ਜਦੋਂ ਅਸੀਂ ਧੀਰਜ ਰੱਖਦੇ ਹਾਂ, ਉਹ ਸਾਡੀ ਨੇਚਰ ਦੀ ਲੜਾਈ ਆ। ਦੂਸਰੀਆਂ ਚੀਜ਼ਾਂ ਸਾਡੀ ਨੇਚਰ ਦੀ ਲੜਾਈ ਨਹੀਂ ਹੈਗੀ, ਇਹ ਸਾਡੀ ਨੇਚਰ ਦੀ ਲੜਾਈ ਆ। ਇਹ ਇਸ ਲੜਾਈ ਵਾਸਤੇ ਸਾਨੂੰ ਪ੍ਰਭੂ ਨੇ ਸੱਦਿਆ ਆ। ਇਹ ਲੜਾਈ ਲੜਨ ਵਾਸਤੇ ਸਾਨੂੰ ਪ੍ਰਭੂ ਚਾਹੁੰਦਾ ਅਸੀਂ ਖੜੇ ਹੋਈਏ। ਫਿਰ ਉਹ ਸਾਡੇ ਵਾਸਤੇ ਬੂਹੇ ਖੋਲਦਾ ਆ, ਜਿਹਦੇ ਵਿੱਚ
ਅਸੀਂ ਫਤਿਹ ਪਾ ਸਕਦੇ ਹਾਂ, ਜਿਹਦੇ ਵਿੱਚ ਜਿਹੜੀ ਚੀਜ਼ ਦੀ ਸਾਨੂੰ ਕਮੀ ਸੀਗੀ ਉਹ ਪੂਰੀ ਹੋ ਸਕਦੀ ਹੈ। Okay? ਸੋ ਸਾਨੂੰ ਯਕੀਨ, ਸਾਨੂੰ ਭਰੋਸਾ ਰੱਖਣ ਦੀ ਜ਼ਰੂਰਤ ਹੈ, ਖੜੇ ਹੋਣ ਦੀ ਜ਼ਰੂਰਤ ਹੈ। ਸੋ ਇਹ ਜਿਹੜੀ ਆਪਾਂ ਦੇਖਦੇ ਸੀਗੇ ਅੱਜ, ਇਹ ਸੀਗੇ ਹਾਊ ਟੂ ਫਾਈਟ ਦ ਗੁੱਡ ਫਾਈਟ ਆਫ ਫੇਥ। ਨੇਚਰ ਦੀ ਲੜਾਈ ਕਿੱਦਾਂ ਲੜਨੀ ਆ। ਹੋ ਸਕਦਾ ਜਿੱਦਾਂ ਮੈਂ ਅੱਗੇ ਕਹਿ ਕੇ ਹਟਿਆ, ਤੁਸੀਂ ਲੜਾਈ ਲੜਦੇ ਸੀਗੇ ਪਰ ਤੁਸੀਂ ਲੋਕਾਂ ਦੇ ਨਾਲ ਲੜਦੇ ਸੀਗੇ, ਹੋਰ ਨਾ ਰਿਸ਼ਤੇਦਾਰਾਂ ਨਾਲ ਲੜਦੇ ਸੀ। ਮੈਂ ਬਹੁਤ ਦੇਖਿਆ ਕਈ ਵਾਰੀ ਜਿਹੜੇ ਮਸੀਹੀ ਵੀ ਹੈਗੇ ਆ, ਜਿਹੜੇ ਪ੍ਰਭੂ ਨੂੰ ਜਾਣਦੇ ਵੀ ਹੈਗੇ ਆ, ਜਦੋਂ ਲੜਾਈ ਤੇ ਆਉਂਦਾ ਆ, ਉਹ ਫਿਜ਼ੀਕਲੀ, ਉਹ ਮਾਸ ਤੇ ਖੂਨ ਦੀ ਲੜਾਈ ਲੜਨਾ ਚਾਹੁੰਦੇ ਆ। ਪਰ ਸਾਨੂੰ ਸਿੱਖਣ ਦੀ ਜ਼ਰੂਰਤ ਆ, ਸਾਡੀ ਜਿਹੜੀ ਲੜਾਈ ਹੈ ਖੂਨ ਤੇ ਮਾਸ ਨਾਲ ਨਹੀਂ ਹੈਗੀ। ਮੈਂ ਫੇਰ ਉਹ ਇੱਕ ਵਾਰੀ ਦੱਸਣਾ ਚਾਹੁੰਦਾ ਆ ਕਰਕੇ, ਜੇ ਅਸੀਂ ਖੂਨ ਤਾਂ ਮਾਸ ਨਾਲ ਲੜਾਈ ਲੜੀ, ਲੌਂਗ ਟਰਮ ਦੇ ਵਿੱਚ ਅਸੀਂ ਹਾਰ ਜਾਣਾ ਹੈ। ਓਕੇ, ਹੋ ਸਕਦਾ ਸ਼ੋਰਟ ਟਰਮ ਦੇ ਵਿੱਚ ਸਾਨੂੰ ਲੱਗਦਾ ਵੀ ਅਸੀਂ ਜਿੱਤ ਗਏ ਹਾਂ, ਪਰ ਲੌਂਗ ਟਰਮ ਦੇ ਵਿੱਚ ਸ਼ੈਤਾਨ ਇਹਦੇ ਵਿੱਚ ਮਾਸਟਰ ਆ, ਪੰਜੇ ਸੈਂਸਾਂ ਦੇ ਨਾਲ ਲੜਾਈ ਕਰਨ ਨੂੰ ਤੇ ਆਪਣੇ ਦਿਮਾਗ ਦੀ ਲੜਾਈ ਕਰਨ ਨੂੰ, ਖੂਨ ਤਾਂ ਮਾਸ ਨਾਲ ਲੜਾਈ ਕਰਨ ਨੂੰ ਅਸੀਂ ਹਾਰ ਜਾਵਾਂਗੇ। ਪਰ ਜੇ ਅਸੀਂ ਉਹਨੂੰ ਉਸ ਮੈਦਾਨ ਦੇ ਵਿੱਚ ਲੈ ਆਂਦਾ ਜਿੱਥੇ ਨੇਚਰ ਦੀ ਲੜਾਈ ਹੁੰਦੀ ਆ, ਤੇ ਮੈਂ ਗਰੰਟੀ ਕਰਦਾ ਉਹਨੇ ਹਰੇਕ ਵੇਲੇ ਹਾਰ ਜਾਣਾ। ਕਰ ਸੱਚੀ ਗੱਲ ਇਹ ਆ, ਜੀਸਸ ਨੇ ਉਹਨੂੰ ਹਰਾਤਾ ਆ ਤੇ ਸਾਨੂੰ ਉਹਨੇ ਆਪਣੀ ਜੇਤ ਦੇਤੀ ਆ, ਤੇ ਉਹ ਜੇਤ ਦੇ ਵਿੱਚ ਸਾਨੂੰ ਤੁਰਨ ਦੀ ਜ਼ਰੂਰਤ ਆ, ਉਸ ਜੇਤ ਦੇ ਵਿੱਚ ਸਾਨੂੰ ਖੜੇ ਹੋਣ ਦੀ ਜ਼ਰੂਰਤ ਆ। ਸੋ ਰੀਅਲੀ ਸੱਚੀ ਗੱਲ ਇਹ ਆ, ਸਾਨੂੰ ਲੜਨ ਦੀ ਜ਼ਰੂਰਤ ਨਹੀਂ ਹੈਗੀ, ਕਰਕੇ ਅਸੀਂ ਸ਼ੈਤਾਨ ਦਾ ਕੋਈ ਮੁਕਾਬਲਾ ਨਹੀਂ ਕਰ ਸਕਦੇ। ਉਹ ਸੁਪਰ ਨੈਚੁਰਲ ਬੀਇੰਗ ਆ, ਬਹੁਤ ਪਾਵਰਫੁਲ ਆ, ਤੇ ਅਸੀਂ ਫਿਜ਼ੀਕਲੀ ਉਹਨਾਂ ਲੜ ਨਹੀਂ ਸਕਦੇ ਹੈਗੇ। ਪਰ ਨੇਚਰ ਦੇ ਵਿੱਚ ਪਰਮੇਸ਼ਰ ਨੇ ਸਾਨੂੰ ਅਥਾਰਟੀ ਦਿੱਤੀ ਹੋਈ ਹੈ, ਸਾਨੂੰ ਪਾਵਰ ਦਿੱਤੀ ਹੋਈ ਹੈ, ਅਸੀਂ ਉਹਦੇ ਨਾਲ ਹਰੇਕ ਵਾਰ ਜਿੱਤ ਸਕਦੇ ਹਾਂ। ਸੋ ਦੋ ਕੁ ਚੀਜ਼ਾਂ ਸਿੱਧ ਬੋਲੂਗੀ ਤਾਂ ਫਿਰ ਆਪਾਂ ਪ੍ਰੇ ਕਰਾਂਗੇ, ਤੇ ਤੁਹਾਡੇ ਵਾਸਤੇ ਪ੍ਰੇ ਕਰਾਂਗੇ, ਜਿਹੜੇ ਜੀਸਸ ਨੂੰ ਪਾਉਣਾ ਚਾਹੁੰਦੇ ਉਹਨਾਂ ਵਾਸਤੇ ਪ੍ਰੇ ਕਰਾਂਗੇ। ਫਿਰ ਜਿਹੜੇ ਨੇਚਰ ਦੀ ਲੜਾਈ ਦੇ ਵਿੱਚ ਲੱਗੇ ਹੋਏ ਆ, ਉਹਨਾਂ ਨੂੰ ਥੋੜ੍ਹੀ ਜਿਹੀ ਮਦਦ ਦੀ ਲੋੜ ਆ, ਤੇ ਅਸੀਂ ਤੁਹਾਡੇ ਨਾਲ ਖੜੇ ਹੋਵਾਂਗੇ ਤੇ ਤੁਸੀਂ ਫਤਿਹ ਪਾਓਗੇ। ਓਕੇ ਜੀ, ਸੋ ਪ੍ਰੇਜ਼ ਦ ਲਾਰਡ। ਸਾਡੇ ਨਾਲ ਜੁੜੇ ਰਹਿਣਾ। ਹੁਣ ਅਖੀਰ ਦੇ ਵਿੱਚ ਆਪਾਂ ਪ੍ਰੇ ਕਰਾਂਗੇ ਤੇ ਫਤਿਹ ਪਾਵਾਂਗੇ, ਪਰ ਦੋ ਗੱਲਾਂ ਪਹਿਲਾਂ ਸਰਿੰਦਰ ਦੇ ਕੋਲੋਂ ਸੁਣਾਂਗੇ। ਹਾਂਜੀ, ਆਪਾਂ ਸੱਚੀ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਰ ਨੇ ਸਾਡੀ ਲੜਾਈ ਸਾਰੀ ਜਿੱਤ ਲਈ ਆ ਯਿਸੂ ਮਸੀਹ ਨੇ, ਪਰ ਫਿਰ ਵੀ ਸਾਨੂੰ ਉਹਦੇ ਨਾਲ ਕਨੈਕਟ ਕਿੱਦਾਂ ਕਰ ਸਕਦੇ ਹਾਂ। ਮੈਂ ਇੱਥੇ ਜਦੋਂ ਬੈਠੀ ਸੀ ਸੁਣਦੀ ਸੀ, ਮੈਨੂੰ ਇਹ ਆਇਆ ਕਿ ਯਿਸੂ ਮਸੀਹ ਨੂੰ ਤਾਂ ਪਤਾ ਸੀ ਉਹਨਾਂ ਨੇ ਕੀ ਕਰਨਾ ਹੈ, ਕਿੱਦਾਂ ਹੋਣੀ ਹੈ, ਫਿਰ ਵੀ ਉਹ 40 ਦਿਨ ਫਾਸਟ ਕਰਦੇ ਰਹੇ, ਸਾਰਾ ਕੁਝ ਜਾਣਦੇ ਹੋਏ ਫਾਸਟਿੰਗ ਐਂਡ ਪ੍ਰੇ ਦੇ ਵਿੱਚ ਰਹੇ। ਤੇ ਉਹਨਾਂ ਨੂੰ ਪ੍ਰਭੂ ਦੇ ਬਚਨ, ਜਿਹੜੇ ਓਲਡ ਟੈਸਟਮੈਂਟ ਦੇ ਵਿੱਚ ਬਚਨ ਲਿਖੇ ਸੀ, ਉਹਨਾਂ ਦਾ ਵੀ ਪਤਾ ਸੀਗਾ, ਤਾਂ ਹੀ ਉਹ ਫਿਰ ਲੜਾਈ ਲੜ ਸਕਦੇ ਸੀਗੇ। ਸੋ ਸਾਨੂੰ ਵੀ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀ, ਅੱਜ ਚਾਹੀਦਾ ਆ ਕਿ ਸਾਨੂੰ ਬਚਨਾਂ ਦੀ ਨੌਲੇਜ ਹੋਵੇ ਤੇ ਅਸੀਂ ਜਾਗਦੇ ਰਹੀਏ, ਪ੍ਰਾਰਥਨਾ ਕਰਦੇ ਰਹੀਏ ਤੇ ਫਾਸਟਿੰਗ ਕਰਦੇ ਰਹੀਏ। ਜਦੋਂ ਆਪਾਂ ਫਾਸਟਿੰਗ ਕਹਿੰਦੇ ਹਾਂ, ਉਹਦਾ ਮਤਲਬ ਇਹ ਨਹੀਂ ਅਸੀਂ ਭੁੱਖੇ ਰਹਿਣਾ ਹੈ, ਅਸੀਂ ਪਰਮੇਸ਼ਰ ਦੇ ਨਾਲ ਧਿਆਨ ਲਾਉਣਾ ਹੈ। ਜਦੋਂ ਮੈਂ ਕਹਿੰਦੀ ਪ੍ਰਾਰਥਨਾ ਕਰਦੇ ਰਹੀਏ, ਤੇ 40 ਦਿਨ ਯਿਸੂ ਮਸੀਹ ਨੇ ਪ੍ਰਾਰਥਨਾ ਕੀਤੀ, ਭੁੱਖੇ ਰਹੇ, ਪਰ ਆਪਾਂ ਹਰ ਵੇਲੇ ਪ੍ਰਭੂ ਦੇ ਨਾਲ ਰਹਿ ਸਕਦੇ ਹਾਂ। ਆਪਾਂ ਆਪਣੇ ਸਰੀਰ ਤੋਂ ਆਪਣੀ ਆਤਮਾ ਨੂੰ ਕੱਢ ਨਹੀਂ ਸਕਦੇ। ਇਸੇ ਤਰ੍ਹਾਂ ਜਦੋਂ ਅਸੀਂ ਯਿਸੂ ਮਸੀਹ ਨੂੰ ਆਪਣੇ ਦਿਲ ਵਿੱਚ ਸੱਦਿਆ ਆ ਤੇ ਅਸੀਂ ਉਹਦੇ ਨਾਲ ਰਹਿੰਦੇ ਹਾਂ, ਪਰ ਉਹਦੀ ਆਵਾਜ਼ ਸੁਣਨ ਨੂੰ ਸਾਨੂੰ ਜ਼ਰੂਰਤ ਪੈਂਦੀ ਹੈ, ਕਿਉਂਕਿ ਆਪਾਂ ਕਹਿੰਦੇ ਹਾਂ ਕਿ ਪ੍ਰਭੂ ਹਰ ਵੇਲੇ ਸਾਡੇ ਨਾਲ ਆ। ਜ਼ਰੂਰ ਉਹ ਸਾਡੇ ਨਾਲ ਆ, ਪਰ ਸਾਨੂੰ ਉਹਦੇ ਨਾਲ ਉਹਨਾਂ ਦੀ ਆਵਾਜ਼ ਸੁਣਨ ਦੀ ਲੋੜ ਆ, ਤਾਂ ਹੀ ਸਾਨੂੰ ਜਿਹੜਾ ਪ੍ਰਾਰਥਨਾ ਦਾ ਵਚਨ ਦਾ ਇੱਕ ਮਾਧਿਅਮ ਆ ਜਾਂ ਰਸਤਾ ਆ, ਇਹਦੇ ਵਿੱਚ ਹੀ ਅਸੀਂ ਸਿੱਖ ਸਕਦੇ ਹਾਂ। ਉਹ ਹੈਗੇ ਸਾਡੇ ਨਾਲ ਆ, ਪਰ ਜਦੋਂ ਉਹ ਸਾਨੂੰ ਕੁਝ ਕਹਿਣਾ ਚਾਹੁੰਦੇ ਆ ਤੇ ਸਾਡੇ ਕੰਨ ਖੁੱਲ੍ਹੇ ਰਹਿਣੇ ਚਾਹੀਦੇ ਆ। ਤੇ ਫਿਰ ਦੂਸਰੀ ਗੱਲ, ਸਾਨੂੰ ਸਿਖਾਉਂਦੇ ਆ ਕਿ ਅਸੀਂ ਲੜਾਈ ਕਿੱਦਾਂ ਲੜਨੀ ਹੈ, ਆਮੀਨ, ਕਿਹਦੇ ਨਾਲ ਲੜਨੀ ਆ। ਆਪਾਂ ਪਾਸਟਰ ਜੀ ਨੇ ਆਪਾਂ ਨੂੰ ਬਹੁਤ ਦੱਸਿਆ ਕਿ ਆਪਣੀ ਲੜਾਈ ਇੱਕ ਦੂਏ ਦੇ ਨਾਲ ਨਹੀਂ ਹੈਗੀ,
ਜ਼ਰੂਰ ਬੈਰੀ ਜਿਹੜਾ ਆ ਉਹਨਾਂ ਲੋਕਾਂ ਨੂੰ ਯੂਜ਼ ਕਰਦਾ ਆ ਜਿਹੜੇ, ਚਾਹੇ ਮੈਂ ਹੋਵਾਂ ਚਾਹੇ ਤੁਸੀਂ ਹੋਵੋ, ਚਾਹੇ ਮਸੀਹ ਦੇ ਵਿੱਚ ਆ ਤੁਸੀਂ ਜਾਂ ਨਹੀਂ, ਜਿਹੜੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨ ਨੂੰ ਇਨਕਾਰ ਕਰ ਦਿੰਦੇ, ਪ੍ਰਾਰਥਨਾ ਨਹੀਂ ਕਰਦੇ, ਤੇ ਤਾਂ ਹੀ ਅਸੀਂ ਘਸਮਾਣ ਦੇ ਵਿੱਚ ਪੈ ਜਾਂਦੇ ਹਾਂ। ਤਾਂ ਹੀ ਅਸੀਂ ਪ੍ਰਭੂ ਦੇ ਬਚਨਾਂ ਨੂੰ ਅਲੱਗ ਕਰਕੇ ਆਪਣੀ ਸਮਝ ਦੇ ਉੱਤੇ ਭਰੋਸਾ ਰੱਖ ਲੈਂਦੇ ਹਾਂ। Amen. ਤੇ ਫਿਰ ਸਾਡੀ ਲੜਾਈ ਇੱਦਾਂ ਲੱਗਦੀ ਹੈ ਜਿੱਦਾਂ ਮੈਂ ਕਹਾਂ, ਜੇ ਪਾਸਟਰ ਜੀ ਦੀ ਤੇ ਮੇਰੀ ਲੜਾਈ ਹੁੰਦੀ ਹੈ, ਹੁੰਦੀ ਨਹੀਂ। ਤੇ ਫਿਰ ਅਸੀਂ ਇੱਦਾਂ ਆ ਕਿ ਅਸੀਂ, ਪ੍ਰਭੂ ਤਾਂ ਕਹਿੰਦਾ ਤੁਸੀਂ ਦੋਨੇ ਜਣੇ ਪਿਆਰ ਦੇ ਵਿੱਚ ਰਹੋ, ਮੈਂ ਤੁਹਾਨੂੰ ਜੋੜਿਆ ਆ। Yes. ਫਿਰ ਮੈਨੂੰ ਜਦੋਂ ਪਾਸਟਰ ਜੀ ਕੁਛ ਰੌਂਗ ਕਹਿੰਦੇ ਆ ਤਾਂ ਮੇਰੇ ਕੋਲ ਧੀਰਜ ਨਹੀਂ ਹੈਗਾ ਫਿਰ, ਜਾਂ ਮੈਂ ਕੁਛ ਰੌਂਗ ਗਲਤੀ ਕਰ ਦਿੱਤੀ ਹੈ ਤੇ ਪਾਸਟਰ ਜੀ ਕੋਲ ਧੀਰਜ ਨਹੀਂ ਹੈਗਾ, ਤੇ ਫਿਰ ਸਾਡੀ ਲੜਾਈ ਹੋ ਪੈਂਦੀ ਹੈ। ਪਰ ਜੇ ਅਸੀਂ ਉਹਨੂੰ ਸਮਝ ਸਕੀਏ ਕਿ ਇਹ ਵੈਰੀ ਦਾ ਇੱਕ ਪਲਾਨ ਵਾ, ਤੇ ਫਿਰ ਅਸੀਂ ਉਹਦਾ ਸਾਹਮਣਾ ਕਰ ਲੈਣਾ ਹੈ। ਯਿਸੂ ਮਸੀਹ ਨੇ ਵੀ ਕੀਤਾ ਸੀਗਾ। ਜਦੋਂ ਉਹਦੇ ਇੱਕ ਚੇਲੇ ਨੇ ਕਿਹਾ ਸੀ, ਉਹ ਦੱਸਦਾ ਸੀ ਕਿ ਮੇਰੀ ਮੌਤ ਆਉਣ ਵਾਲੀ ਹੈ, ਯਿਸੂ ਮਸੀਹ ਕਹਿੰਦੇ, ਤੇ ਉਹਦੇ ਚੇਲੇ ਨੇ ਕਿਹਾ ਕਿ ਇੱਦਾਂ ਹੋ ਨਹੀਂ ਸਕਦਾ ਕਿ ਤੈਨੂੰ ਇੱਦਾਂ ਹੋਵੇ। ਤੇ ਯਿਸੂ ਮਸੀਹ ਨੇ ਕਿੱਦਾਂ ਮੁਕਾਬਲਾ ਕੀਤਾ? ਉਹਨੇ ਕਿਹਾ, ਬੈਰੀ ਤੂੰ ਮੇਰੇ ਤੋਂ ਪਰਾਂ ਹੋ ਜਾ। ਉਹਦਾ ਚੇਲਾ ਸੀ, ਉਹਨੂੰ ਬੈਰੀ ਸਮਝਦਾ ਸੀ? ਨਹੀਂ, ਜਿਹੜੀਆਂ ਗੱਲਾਂ ਜਿਹੜੀ ਆਤਮਾ ਉਹਦੇ ਵਿੱਚ ਕੰਮ ਕਰ ਰਹੀ ਸੀ, ਪਿੱਛੇ ਸੀ, ਉਹਨੂੰ ਪਛਾਣਿਆ ਸੀਗਾ। ਅਸੀਂ ਵੀ ਉਹਨੂੰ ਪਛਾਣਨਾ ਹੈ। ਇਹ ਨਹੀਂ ਦੇਖਣਾ ਕਿ ਫਲਾਣੇ ਨੇ ਮੈਨੂੰ ਕੀ ਕਿਹਾ ਸੀ ਜਾਂ ਕਿੱਦਾਂ ਹੋਈ, ਇਹ ਦੇਖਣਾ ਕਿ ਇਹਨੇ ਕਾਹਤੇ, ਕਿੱਥੋਂ ਆਈ ਇਹ ਚੀਜ਼, ਤਾਂ ਕਿ ਉਹ ਜੜ ਪੱਟ ਸਕੀਏ ਆਪਾਂ। ਉਹਦਾ ਸਾਹਮਣਾ ਕਰਨਾ ਕਰਕੇ ਬਾਈਬਲ 'ਚ ਲਿਖਿਆ ਆ, ਤੁਸੀਂ ਸ਼ੈਤਾਨ ਦਾ, ਪਰਮੇਸ਼ਰ ਦੇ ਅਧੀਨ ਰਹੋ। That's right. ਤੇ ਸ਼ੈਤਾਨ ਦਾ ਸਾਹਮਣਾ ਕਰੋ। Amen. ਸਾਡਾ ਬੈਰੀ ਇੱਕੋ ਹੀ ਆ, ਜਿਹੜਾ ਉਹ ਹੈਗਾ ਆ ਬੈਰੀ, ਜਿਹੜਾ ਸ਼ੈਤਾਨ, ਜਿਹਨੂੰ ਪਰਮੇਸ਼ਰ ਨੇ ਨਾਂ ਦਿੱਤਾ ਹੈ। ਉਹ ਚਲਾਕ ਵਾ, ਉਹ ਭੁਲੇਖਿਆਂ 'ਚ ਪਾ ਦਿੰਦਾ ਹੈ ਆਪਾਂ ਨੂੰ, ਉਹ ਕਿਸੇ ਹੋਰ ਨੂੰ ਵਰਤ ਲੈਂਦਾ ਹੈ ਚਲਾਕੀ ਖੇਲ ਕੇ, ਤੇ ਸਾਡਾ ਇੱਕ ਦੂਜੇ ਦੇ ਨਾਲ ਬੈਰ ਪੈ ਜਾਂਦਾ ਹੈ। ਤੁਸੀਂ ਦੇਖਿਓ ਆਪਣੇ ਜੀਵਨ ਦੇ ਵਿੱਚ, ਮੈਂ ਆਪਣੇ ਐਕਸਪੀਰੀਅੰਸ ਨਾਲ ਇਹ ਦੱਸਦੀ ਹਾਂ ਕਿ ਜਦੋਂ ਮੈਂ ਕਿਸੇ ਦੇ ਵਿਰੁੱਧ ਸੋਚਦੀ ਰਵਾਂ ਜੋ ਮੇਰੇ ਨਾਲ ਕਿਸੇ ਨੇ ਕੀਤਾ, ਤਾਂ ਮੈਂ ਇੱਕ ਸਟ੍ਰੈਸ ਦੇ ਥੱਲੇ ਆ ਜਾਂਦੀ, ਮੇਰਾ ਸਰੀਰ ਟੁੱਟਣ ਲੱਗ ਪੈਂਦਾ ਹੈ। ਸੋ ਇਸ ਕਰਕੇ ਆਪਾਂ ਆਪਣੇ ਆਪ ਨੂੰ ਹੁਸ਼ਿਆਰ ਰੱਖੀਏ ਕਿ ਆਪਣੀ ਲੜਾਈ ਜਿਹੜੀ ਹੈ ਇੱਕ ਦੂਜੇ ਦੇ ਨਾਲ ਨਹੀਂ ਹੈਗੀ, ਆਪਾਂ ਇੱਕ ਦੂਜੇ ਦੇ ਨਾਲ ਜੁੜ ਕੇ ਰਹਿਣਾ ਹੈ। ਪਰ ਜਦੋਂ ਅਸੀਂ ਪਛਾਣ ਲੈਂਦੇ ਹਾਂ, ਤੇ ਜਦੋਂ ਮੈਂ ਇੱਦਾਂ ਪਛਾਣ ਲੈਂਦੀ ਹਾਂ ਕਿ ਇਹ ਕਿੱਥੋਂ ਆਈ ਆ, ਤੇ ਮੈਂ ਪ੍ਰਾਰਥਨਾ ਦੇ ਵਿੱਚ ਬੈਠਦੀ ਹਾਂ, ਤੇ ਫਿਰ ਮੇਰੇ ਦਿਲ ਦੇ ਵਿੱਚ ਉਸ ਪਰਸਨ ਲਈ ਪਿਆਰ ਆਉਂਦਾ ਆ ਤੇ ਮਾਫੀ ਆਉਂਦੀ ਆ। ਪ੍ਰਭੂ ਨਹੀਂ ਜਾਣਦੇ ਕਿ ਉਹ ਕੀ ਕਰਦੇ ਆ, ਪ੍ਰਭੂ ਉਹਨਾਂ ਨੂੰ ਮਾਫ ਕਰ ਦੇ। ਤੁਸੀਂ ਇਹਦੇ ਨਾਲ ਕਰਨ ਨੂੰ ਆਪਾਂ ਉਹਨਾਂ ਦਾ ਫਾਇਦਾ ਨਹੀਂ ਕਰਦੇ, ਆਪਾਂ ਆਪਣਾ ਫਾਇਦਾ ਕਰਦੇ। ਜਿਹੜਾ ਮੇਰੇ ਵਿੱਚ ਇਸ ਵੇਲੇ ਕ੍ਰੋਧ ਸੀਗਾ, ਮੈਂ ਉਹਦੇ ਤੇ ਫਤਿਹ ਪਾਉਣੀ। ਜਿਹੜਾ ਮੇਰੇ ਦਿਲ ਦੇ ਵਿੱਚ ਇੱਕ ਘਸਮਾਣ ਸੀਗਾ, ਖਿੱਚ ਸੀਗੀ, ਉਹਦੇ ਤੇ ਮੈਂ ਫਤਿਹ ਪਾ ਲਈ ਆ। ਜਦੋਂ ਮੈਂ ਉਹਦੇ ਉੱਤੇ ਫਤਿਹ ਪਾਉਂਦੀ ਆ, ਤੇ ਫਿਰ ਮੈਂ ਪਿਆਰ ਦੇ ਵਿੱਚ ਚੱਲ ਸਕੀ। ਕਰਕੇ ਆਪਾਂ ਨੂੰ ਇਹ ਬਹੁਤ ਵੱਡਾ ਇੱਕ ਹੁਕਮ ਦਿੱਤਾ ਗਿਆ ਆ ਕਿ ਆਪਾਂ ਪਿਆਰ ਦੇ ਵਿੱਚ ਚੱਲੀਏ। ਤੇ ਜਦੋਂ ਅਸੀਂ ਪਿਆਰ ਦੇ ਵਿੱਚ ਚੱਲਦੇ ਹਾਂ, ਫਿਰ ਅਸੀਂ ਆਪਣੀ ਲੜਾਈ ਵੀ ਸਮਝ ਦੇ ਨਾਲ, ਸ਼ਾਂਤੀ ਦੇ ਨਾਲ, ਧੀਰਜ ਦੇ ਨਾਲ, ਬੈਰੀ ਦੇ ਨਾਲ ਲੜ ਸਕਦੇ ਹਾਂ। ਫਿਰ ਅਸੀਂ ਪਛਾਣ ਲੈਂਦੇ ਹਾਂ ਕਿ ਇਹ ਹਥਿਆਰ ਸਾਡੇ ਵਿਰੁੱਧ ਜਿਹੜਾ ਬਣਾਇਆ ਗਿਆ ਹੈ, ਇਹ ਕਿਹਨੇ ਬਣਾਇਆ ਹੈ। ਜਦੋਂ ਅਸੀਂ ਇੱਦਾਂ ਪਛਾਣਨ ਲੱਗਦੇ ਹਾਂ, ਤੇ ਫਿਰ ਅਸੀਂ ਫਤਿਹ ਪਾਉਂਦੇ ਹਾਂ। ਕਿਉਂਕਿ ਬੈਰੀ ਨੇ, ਯਿਸੂ ਮਸੀਹ ਨੇ ਸਾਰੀ ਲੜਾਈ ਜਿੱਤ ਕੇ ਸਾਨੂੰ ਫਤਿਹ ਦਿੱਤੀ ਆ, ਪਰ ਉਹ ਫਤਿਹ ਕਬੂਲ ਕਰਨੀ ਪੈਂਦੀ ਹੈ। ਇੱਕ ਮਾਂ ਆਪਣੇ ਬੇਟੇ ਲਈ, ਆਪਣੀ ਫੈਮਿਲੀ ਲਈ, ਸਾਰਿਆਂ ਲਈ ਖਾਣਾ ਬਣਾ ਕੇ ਤਿਆਰ ਕਰ ਸਕਦੀ ਹੈ, ਪਰ ਉਹਨਾਂ ਨੂੰ ਉਹਦੇ ਵਿੱਚੋਂ ਖਾਣਾ ਪੈਣਾ ਆ। ਜਿੰਨਾ ਚਿਰ ਉਹ ਖਾਂਦੇ ਨਹੀਂ, ਉਹਨਾਂ ਦੇ ਸਰੀਰ ਨੂੰ ਉਹ ਚੰਗਾ ਕੁਛ ਨਹੀਂ ਬੈਠ ਸਕਦਾ, ਉਹਨਾਂ ਦੇ ਸਰੀਰ ਲਈ ਉਹਦਾ ਕੋਈ ਫਾਇਦਾ ਨਹੀਂ ਹੋ ਸਕਦਾ। ਇਸੇ ਤਰ੍ਹਾਂ ਯਿਸੂ ਮਸੀਹ ਨੇ ਸਾਡੀ ਸਾਰੀ ਲੜਾਈ ਤਾਂ ਲੜ ਲਈ ਆ, ਪਰ ਜੇ ਅਸੀਂ ਉਹਦੇ ਵਿੱਚ ਪਲੱਗ ਇਨ ਨਹੀਂ ਕੀਤਾ, ਉਹਦੇ ਬਚਨਾਂ ਨੂੰ ਆਪਣੇ ਅੰਦਰ ਨਹੀਂ ਲੈ ਕੇ ਗਏ, ਉਹਦੇ ਆਖੇ ਨਹੀਂ ਲੱਗੇ, ਤੇ ਫਿਰ ਸਾਡੀ ਆਤਮਾ ਦੀ ਵੀ ਲੜਾਈ ਇੱਥੇ ਖਤਮ ਹੋ ਸਕਦੀ ਹੈ। ਅਸੀਂ ਫਿਰ ਦੂਜੇ ਤਰ੍ਹਾਂ ਲੜਾਈਆਂ ਕਰਦੇ ਹਾਂ। ਸੋ ਜਿੱਦਾਂ ਮੈਂ ਖਾਣੇ ਦਾ ਐਗਜ਼ਾਮਪਲ ਦਿੱਤਾ, ਆਪਣੇ ਸਰੀਰ ਨੂੰ ਖਾਣਾ ਚਾਹੀਦਾ ਆ। ਜੇ ਕੋਈ ਆਪਣੇ ਨੌਜਵਾਨ ਬੱਚੇ ਆ ਜਾਂ ਮਾਂ ਆ ਜਾਂ ਕੋਈ ਵੀ ਆਪਣੇ ਲਈ ਖਾਣਾ ਤਿਆਰ ਕਰਦੇ ਆ, ਤੇ ਉਹਨਾਂ ਨੂੰ ਖਾਂਦੇ ਨਹੀਂ ਚੰਗੀ ਤਰ੍ਹਾਂ, ਤਾਂ ਉਹਨਾਂ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ। ਫਿਰ ਉਹ ਆਪਣੀ ਲੜਾਈ ਕਿੱਦਾਂ ਲੜ ਸਕਦੇ ਆ। ਇਸੇ ਤਰ੍ਹਾਂ ਸਾਡੀ ਆਤਮਾ
ਜੇ ਕਮਜ਼ੋਰ ਆ ਪ੍ਰਭੂ ਦੇ ਖਾਣੇ ਤੋਂ ਬਗੈਰ, ਤੇ ਅਸੀਂ ਵੀ ਆਤਮਾ ਦੀ ਲੜਾਈ ਨੂੰ ਪਛਾਣ ਨਹੀਂ ਸਕਦੇ ਫਿਰ, ਤੇ ਅਸੀਂ ਲੜ ਵੀ ਨਹੀਂ ਸਕਦੇ। ਸੋ ਜ਼ਰੂਰ ਸਾਨੂੰ ਪਛਾਣਨ ਦੀ ਲੋੜ ਵਾ। ਪਛਾਣ ਉਦੋਂ ਆਉਣੀ ਆ ਜਦੋਂ ਅਸੀਂ ਬਾਈਬਲ ਦੀ ਨੌਲੇਜ ਨੂੰ ਜਾਣਨ ਲੱਗੇ। ਪਛਾਣ ਉਦੋਂ ਆਉਣੀ ਆ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਬਚਨ ਸੁਣਨ ਲੱਗੇ, Yes. ਜਦੋਂ ਅਸੀਂ ਉਹਦੇ ਲਾਗੇ ਰਹਿਣ ਲੱਗੇ। ਜਿਹਦਾ ਪਾਸਟਰ ਜੀ ਨੇ ਕਿਹਾ, ਮੈਨੂੰ ਬਹੁਤ ਸੋਹਣੀ ਗੱਲ ਲੱਗੀ। ਮੈਂ ਅੱਗੇ ਵੀ ਇਹਦੇ ਵਿੱਚ ਆਪ ਵੀ ਬਹੁਤ ਇਹਦੇ ਵਿੱਚ ਵਿਸ਼ਵਾਸ ਕਰਦੀ ਹਾਂ ਕਿ ਇਕੱਲੇ ਮੈਂ ਕਹਿਣ ਨਾਲ ਨਹੀਂ ਬਚਾਈ ਜਾਂਦੀ। ਜ਼ਰੂਰ ਸਾਡੇ ਜੀਵ ਦੇ ਵਿੱਚੋਂ ਸਾਡੇ ਚੰਗੇ ਅੱਖਰ ਨਿਕਲਣੇ ਚਾਹੀਦੇ ਆ, ਪਰ ਕਿਤੇ ਨਾ ਕਿਤੇ ਉਹ ਸ਼ਕਤੀ ਹੋਣੀ ਚਾਹੀਦੀ ਹੈ, ਤਾਂ ਹੀ ਉਹ ਅੱਖਰ ਕੰਮ ਕਰਨੇ ਆ। ਉਹ ਕਿੱਥੋਂ ਸ਼ਕਤੀ ਆਊਗੀ? ਉਹ ਪ੍ਰਭੂ ਯਿਸੂ ਮਸੀਹ ਦੇ ਕੋਲੋਂ ਆਊਗੀ, ਕਿਉਂਕਿ ਉਹ ਕਹਿੰਦਾ ਜੇ ਆਪਾਂ ਕਮਜ਼ੋਰ ਆ ਸਰੀਰ ਦੇ ਵਿੱਚ, ਉਹ ਕਹਿੰਦਾ ਮੈਂ ਤੈਨੂੰ ਬਲ ਦਿੰਨਾ, ਮੈਂ ਤੈਨੂੰ ਜੋੜ ਦਿੰਨਾ। ਜਿਹਦਾ ਪਾਸਟਰ ਜੀ ਨੇ ਕੋਟ ਕੀਤਾ ਸੀ, I can do all things through Jesus Christ who strengthens me। ਮੈਂ ਉਹਦੇ ਥਾਣੀ ਸਭ ਕੁਝ ਕਰ ਸਕਦਾ ਜੋ ਮੈਨੂੰ ਬਲ ਬਖਸ਼ਦਾ ਹੈ। ਬਲ ਕੌਣ ਦਿੰਦਾ ਹੈ? ਪਰਮੇਸ਼ਰ। ਸੋ ਸਾਨੂੰ ਲੋੜ ਆ ਇਹ ਬਚਨਾਂ ਦੀ ਨੌਲੇਜ ਹੋਣ ਨੂੰ। Amen. ਜਿੰਨਾ ਚਿਰ ਆਪਾਂ ਨੂੰ ਨੌਲੇਜ ਨਹੀਂ ਹੈਗੀ, ਆਪਾਂ ਕੁਝ ਕਰ ਨਹੀਂ ਸਕਦੇ। ਸਾਨੂੰ ਜਾਗਣ ਦੀ ਲੋੜ ਆ, ਸਾਨੂੰ ਪ੍ਰਾਰਥਨਾ ਦੇ ਵਿੱਚ ਬੈਠਣ ਦੀ ਲੋੜ ਆ, ਸਾਨੂੰ ਇੱਕ ਦੂਜੇ ਨਾਲ ਸੰਗਤੀ ਕਰਨ ਦੀ ਲੋੜ ਆ, ਸਾਨੂੰ ਬਚਨ ਪੜ੍ਹਨ ਦੀ ਲੋੜ ਆ। ਜਿੱਥੇ ਮੈਨੂੰ ਸਮਝ ਨਹੀਂ ਹੈਗੀ, ਤੁਹਾਨੂੰ ਸਮਝ ਨਹੀਂ ਹੈਗੀ, ਆਪਾਂ ਇਕੱਠੇ ਰਲ ਕੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ Yeah. ਪ੍ਰਭੂ ਦੇ ਬਚਨਾਂ ਨੂੰ ਦੇਖ ਸਕਦੇ ਹਾਂ। Amen. ਕਿੰਨੀ ਵਾਰੀ ਤੁਸੀਂ ਦੇਖਿਆ, ਆਪਾਂ ਜਦੋਂ ਕੁਕਿੰਗ ਕਰਦੇ ਆ, ਇੱਕ ਚੀਜ਼ ਦੀ ਜੇ 3-4 ਲੇਡੀਜ਼ ਇਕੱਠੀਆਂ ਹੋਣ, ਮੈਂ ਦੇਖਿਆ ਜਦੋਂ ਅਸੀਂ ਵੋਕਲੇ ਵੀ ਜਾਂਦੇ ਆ, ਕਈ ਵਾਰੀ ਭੈਣਾਂ 5-6 ਇਕੱਠੀਆਂ ਤੁਰੀਆਂ ਜਾਂਦੀਆਂ ਹੁੰਦੀਆਂ, ਉਹ ਇੱਕ ਦੂਏ ਨੂੰ ਆਪਣੇ ਖਾਣੇ ਦੀ ਰੈਸਪੀ ਦਿੰਦੀਆਂ ਹੁੰਦੀਆਂ, ਕਈ ਹੋਰ ਨਿਊਜ਼ ਦਿੰਦੀਆਂ ਹੁੰਦੀਆਂ। ਕਿਉਂ? ਉਹਦੇ ਨਾਲ ਉਹਨਾਂ ਦੀ ਨੌਲੇਜ ਵੱਧ ਰਹੀ ਹੈ। ਤੇ ਅਸੀਂ ਵੀ ਜਦੋਂ ਇਕੱਠੇ ਹੁੰਨੇ ਆ, ਅਸੀਂ ਵੀ ਇੱਕ ਦੂਏ ਨੂੰ ਜੋ ਅਸੀਂ ਸਿੱਖਿਆ ਪ੍ਰਭੂ ਦੇ ਬਚਨਾਂ ਦੇ ਵਿੱਚੋਂ, ਅਸੀਂ ਜਦੋਂ ਇੱਕ ਦੂਏ ਨੂੰ ਵੰਡਦੇ ਆ, ਇੱਕ ਦੂਏ ਨਾਲ ਸ਼ੇਅਰ ਕਰਦੇ ਆ, ਤੇ ਸਾਡੀ ਵੀ ਨੌਲੇਜ ਵਧਦੀ ਹੈ। ਪਰ ਜੇ ਅਸੀਂ ਕਹਿੰਦੇ ਅਸੀਂ ਇਕੱਠੇ ਸਭ ਕੁਝ ਹੀ ਜਾਣਦੇ ਆ, ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ। ਧੋਖੇਬਾਜ਼ ਹਾਂ ਆਪਾਂ, ਕਿਸੇ ਨੂੰ ਧੋਖਾ ਨਹੀਂ ਦਿੰਦੇ, ਅਸੀਂ ਆਪ ਧੋਖੇ ਦੇ ਵਿੱਚ ਹਾਂ। ਸੋ ਸਾਨੂੰ ਜ਼ਰੂਰਤ ਵਾ ਸੰਗਤੀ ਕਰਨੀ, ਪ੍ਰਭੂ ਦੇ ਨਾਲ ਸੰਗਤੀ ਕਰਨੀ, ਬਚਨ ਪੜ੍ਹਨ ਨੂੰ। ਬਹੁਤ ਲੋਕ ਕਹਿੰਦੇ ਅਸੀਂ ਘਰ ਬੈਠ ਕੇ ਜੀ ਬਚਨ ਪੜ੍ਹ ਲੈਂਦੇ ਆ। ਲੋਕਡਾਊਨ ਆ, ਮੈਂ ਬਹੁਤ ਲੋਕਾਂ ਨੂੰ ਜਿਹੜੇ ਜਾਣਦੇ ਆਪਾਂ, ਉਹਨਾਂ ਨੂੰ ਮੈਂ ਉਹਨਾਂ ਦੀ ਗੱਲ ਕਰ ਰਹੀ ਹਾਂ, ਜਿਹੜੇ ਹੋਰ ਉਹਨਾਂ ਦੀ ਨਹੀਂ। ਉਹਨਾਂ ਨੂੰ ਪੁੱਛੋ ਤੁਸੀਂ ਆਹ ਪ੍ਰੋਗਰਾਮ ਦੇਖਿਆ ਸੀ ਕਰਕੇ, ਉਹ ਪੁੱਛਦੇ ਪ੍ਰਾਰਥਨਾ ਕਰਨੀ, ਆਹ ਕਰਨਾ। ਜੇ ਐਸ ਫਰਾਈਡੇ ਵਾਲਾ ਮੈਸੇਜ ਦੇਖਿਆ, ਮੈਂ ਦੇਖਦੀ ਹੁੰਦੀ ਆ ਜ਼ਰੂਰ, ਪਰ ਲੇਟਰ ਔਨ ਦੇਖਦੀ, ਪਰ ਐਤਕੀ ਨਹੀਂ ਦੇਖ ਹੋਇਆ। ਸੰਡੇ ਵਾਲਾ ਦੇਖਿਆ ਸੀ, ਹੁਣ ਤਾਂ ਮੁੜ ਕੇ ਵੈਂਸਡੇ ਆ ਗਿਆ ਹੈ। ਮੈਂ ਦੇਖਦੀ ਤਾਂ ਹੁੰਦੀ, ਪਰ ਐਤਕੀ ਮੇਰਾ ਟਾਈਮ ਨਹੀਂ ਲੱਗਾ। ਜੇ ਤੁਹਾਡਾ ਅੱਧਾ ਘੰਟਾ, ਪੌਣਾ ਘੰਟਾ, ਘੰਟਾ ਕੱਢਣ ਨੂੰ ਟਾਈਮ ਘਰ ਬੈਠਿਆਂ ਦਾ ਨਹੀਂ ਲੱਗਾ, ਤੇ ਤੁਸੀਂ ਬਚਨ ਕਦੋਂ ਪੜ੍ਹਦੇ ਆ? ਸੋ ਆਪਾਂ ਉਹਦੇ ਵਿੱਚ ਕਮਜ਼ੋਰ ਆ। ਜੇ ਤੁਸੀਂ ਕੰਮ ਦੇ ਉੱਤੇ 8 ਘੰਟੇ ਲਾਉਣੇ ਆ, ਤਾਂ 8 ਘੰਟਿਆਂ ਦੇ ਹੀ ਪੈਸੇ ਮਿਲਣੇ ਆ। ਜੇ ਪ੍ਰਭੂ ਦੇ ਬਚਨਾਂ ਦੇ ਵਿੱਚ ਤੁਸੀਂ 8 ਘੰਟੇ ਲਾਏ, ਤਾਂ ਇਹਦੀ ਮਿਹਨਤ ਤੁਹਾਨੂੰ ਮਿਲਣੀ। ਆਮੇਨ। ਸੋ ਆਪਣੀ ਲੜਾਈ ਨੇਚਰ ਦੀ ਆ, ਪ੍ਰਭੂ ਦੇ ਨਾਲ ਰਲ ਕੇ ਲੜਾਈ ਆ। ਪਰ ਲੜਾਈ ਕਿਹਦੇ ਨਾਲ? ਬੈਰੀ ਦੇ ਨਾਲ। ਸੋ ਆਪਾਂ ਨੂੰ ਪ੍ਰਭੂ ਦੇ ਬਚਨਾਂ ਦੀ ਨੌਲੇਜ ਜ਼ਰੂਰੀ ਆ। ਆਮੇਨ। ਆਪਾਂ ਹੁਣ ਪ੍ਰਾਰਥਨਾ ਕਰਦੇ ਆ। ਆਪਾਂ ਪਾਸਟਰ ਜੀ ਨੂੰ ਕਹਿੰਦੇ ਉਹ ਸਾਡੇ ਸਾਰਿਆਂ ਲਈ ਪ੍ਰਾਰਥਨਾ ਕਰਨ, ਤੇ ਫਿਰ ਆਪਾਂ ਜ਼ਰੂਰ ਚੇਤਾ ਰੱਖਣਾ ਕਿ ਆਪਣੀ ਲੜਾਈ ਬੈਰੀ ਦੇ ਨਾਲ ਵਾ, ਤੇ ਆਪਾਂ ਨੂੰ ਬਚਨਾਂ ਦੀ ਤੇ ਪ੍ਰਭੂ ਦੇ ਗੱਲ ਸੁਣਨ ਦੀ ਲੋੜ ਆ। ਆਪਾਂ ਹੁਣ ਪ੍ਰੇ ਕਰਦੇ ਹਾਂ। ਯੈਸ। ਸਪੈਸ਼ਲੀ ਪਹਿਲਾਂ ਉਹਨਾਂ ਵਾਸਤੇ ਪ੍ਰੇ ਕਰਾਂਗੇ ਜਿਹੜੇ ਪਰਮੇਸ਼ਰ ਦੇ ਬੇਟੇ ਬੇਟੀਆਂ ਬਣਨਾ ਚਾਹੁੰਦੇ ਆ, ਤੇ ਜ਼ਰੂਰ ਪਰਮੇਸ਼ਰ ਚਾਹੁੰਦਾ ਵੀ ਅਸੀਂ ਉਹਨਾਂ ਨੂੰ ਜਾਣਨ ਵਾਲੇ ਹੋਈਏ, ਉਹਨਾਂ ਚੱਲਣ ਵਾਲੇ ਹੋਈਏ। ਸੋ ਜੇ ਤੁਸੀਂ ਅੱਜ ਪਰਮੇਸ਼ਰ ਨੂੰ ਆਪਣੇ ਜੀਵਨ ਸੱਦਣਾ ਚਾਹੁੰਦੇ ਆ, ਜਿਹੜੀ ਸੈਕਰੀਫਾਈਸ ਜੀਸਸ ਨੇ ਕ੍ਰਾਸ ਉੱਤੇ ਪੇ ਕੀਤੀ ਸੀ, ਤੁਸੀਂ ਉਹ ਕਬੂਲ ਕਰਨਾ ਚਾਹੁੰਦੇ ਆ, ਤੇ ਤੁਸੀਂ ਅੱਜ ਕਰ ਸਕਦੇ ਹੋ। ਆ ਜਾਓ ਆਪਾਂ ਪਹਿਲਾਂ ਉਹਨਾਂ ਵਾਸਤੇ ਪ੍ਰੇ ਕਰਦੇ ਹਾਂ। ਸਵਰਗ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਮੈਂ ਇਸ ਵੇਲੇ ਆਪਣੇ ਭੈਣ ਭਰਾਵਾਂ ਨੂੰ ਤੁਹਾਡੇ ਕੋਲ ਲਿਫਟ ਅਪ ਕਰਦਾ। ਸਵਰਗ ਪਿਤਾ, ਉਹਨਾਂ ਦੀ ਕਿਰਪਾ ਕਰੋ। ਤਾਂ ਸਵਰਗ ਪਿਤਾ, ਜਿੰਨਿਆਂ ਨੇ ਵੀ ਇਸ ਵੇਲੇ ਸੁਣਿਆ ਤੇ ਉਹ ਤੁਹਾਡੇ ਤੋਂ ਦੂਰ ਸੀ, ਤੇ ਉਹ ਚਾਹੁੰਦੇ ਆ ਉਹਨਾਂ ਨੂੰ ਪਾਪਾਂ ਦੀ ਮਾਫੀ ਮਿਲ ਜਾਵੇ ਤੇ ਤੁਹਾਡੇ ਨਾਲ ਚੱਲਣ ਵਾਲੇ ਹੋਣ, ਤਾਂ ਸਵਰਗ ਪਿਤਾ ਤੁਸੀਂ ਉਹਨਾਂ ਦੀ ਕਿਰਪਾ ਕਰੋ। ਅੱਜ ਸਵਰਗ ਪਿਤਾ ਜਦੋਂ ਤੁਹਾਡੇ ਕੋਲ ਦੁਹਾਈ ਦਿੰਦੇ ਆ,
ਤੇ ਉਹਨਾਂ ਨੂੰ ਤੁਸੀਂ ਆਪਣੇ ਬੇਟੇ ਬੇਟੀਆਂ ਬਣਾ ਲਓ। Yes. ਉਹ ਯਕੀਨ ਰੱਖਦੇ ਆ ਜੀਸਸ ਆਇਆ ਸੀ, ਉਹਨੇ ਉਹਨਾਂ ਦੀਆਂ ਬਿਮਾਰੀਆਂ, ਉਹਨਾਂ ਦੀਆਂ ਪਾਪ ਉਹਨਾਂ ਦੇ ਆਪਣੇ ਸਰੀਰ ਵਿੱਚ ਚੱਕ ਲੈ, ਤੇ ਉਹਦੇ ਆਪ ਜੀਸਸ ਨੇ ਕ੍ਰਾਸ ਉੱਤੇ ਪ੍ਰਾਈਸ ਪੇ ਕਰ ਦਿੱਤੀ ਹੈ। Mm. ਤਾਂ ਇਸ ਕਰਕੇ ਸਵਰਗਦੂਤਾ ਮੇਰੇ ਭੈਣ ਭਰਾ ਆਜ਼ਾਦ ਹੋ ਸਕਦੇ, ਫ੍ਰੀ ਹੋ ਸਕਦੇ ਆ। Hallelujah. ਸਵਰਗਦੂਤਾ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ Yes. ਯਿਸੂ ਮਸੀਹ ਦੇ ਨਾਮ ਦੇ ਵਿੱਚ, Amen. ਆਮੇਨ। Amen. ਤੇ ਆਪਾਂ ਉਹਨਾਂ ਵਾਸਤੇ ਪ੍ਰੇ ਕਰਦੇ ਜਿਹੜੇ ਇਸ ਵੇਲੇ ਮਿਰਕਲ ਚਾਹੁੰਦੇ ਆ, Yes. ਜਿਹੜੇ ਇਸ ਵੇਲੇ ਫਤਿਹ ਪਾਉਣਾ ਚਾਹੁੰਦੇ ਆ, Mm. ਤੇ ਤੁਸੀਂ ਜ਼ਰੂਰ ਪਾਓਗੇ। ਖੜੇ ਰਹਿਣਾ ਤੇ ਹਿੱਲਣਾ ਨਹੀਂ, ਤੇ ਪ੍ਰਭੂ ਦਾ ਬਚਨ ਨੂੰ ਬੋਲਦੇ ਰਹਿਣਾ। Mm. ਤੇ ਜਿੱਦਾਂ ਇਹ ਔਰਤ ਕਹਿੰਦੀ ਸੀ, ਇਦਾਂ ਤੁਸੀਂ ਕਹਿੰਦੇ ਰਹਿਣਾ, ਜੇ ਕਿਤੇ ਮੈਂ ਯਿਸੂ ਮਸੀਹ ਨੂੰ ਛੂ ਲਵਾਂ ਤੇ ਉਹਨੇ ਮੈਨੂੰ ਫਤਿਹ ਪਾ ਲੈਣੀ ਆ, ਫਿਰ ਮੈਂ ਫਤਿਹ ਪਾ ਲੈਣੀ ਆ। ਤਾਂ ਜਿਹੜੀ ਵੀ ਤੁਸੀਂ ਪ੍ਰੋਮਿਸ ਕਲੇਮ ਕਰਦੇ ਆ ਉਹਦੇ ਵਿੱਚ ਬੋਲਦੇ ਰਹਿਣਾ, ਤੇ ਜੀਸਸ ਦੇ ਕੋਲੋਂ ਸ਼ਕਤੀ ਉਡੀਕਦੇ ਰਹਿਣਾ। ਸਵਰਗਦੂਤਾ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਮੈਂ ਇਸ ਵੇਲੇ ਆਪਣੇ ਭੈਣ ਭਰਾਵਾਂ ਵਾਸਤੇ ਪ੍ਰੇ ਕਰਦਾ ਜਿਨ੍ਹਾਂ ਨੂੰ ਮਿਰਕਲ ਦੀ ਲੋੜ ਆ, ਤੇ ਸਵਰਗਦੂਤਾ ਅਸੀਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ, ਤੁਹਾਡੀ ਜਿਹੜੀ ਮਿਰਕਲ ਵਰਕਿੰਗ ਪਾਵਰਸ ਆ ਉਹ ਸਵਰਗਦੂਤਾ ਉਹਨਾਂ ਦੇ ਵਿੱਚ ਹੋਵੇ। ਇਸ ਵੇਲੇ ਰਿਲੀਜ਼ ਕਰਦੇ ਸਵਰਗਦੂਤਾ, ਤੇ ਉਹ ਫਤਿਹ ਪਾ ਸਕਣ। ਤਾਂ ਸਵਰਗਦੂਤਾ ਜੋ ਵੀ ਮੁਸੀਬਤ ਉਹਨਾਂ ਦੇ ਜੀਵਨ ਦੇ ਵਿੱਚ ਆਈ ਹੈ, ਜੋ ਵੀ ਲੜਾਈ ਇਸ ਵੇਲੇ ਉਹ ਲੜ ਰਹੇ ਆ, ਉਹਨਾਂ ਨੂੰ ਫਤਿਹ ਦੇਣੀ। ਸਵਰਗਦੂਤਾ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਰਦੇ ਹਾਂ, ਆਮੇਨ। ਹਾਂਜੀ, ਆਪਾਂ ਫਿਰ ਮੋਲੇ ਸੰਡੇ ਮਿਲਾਂਗੇ 3:30 ਵਜੇ, ਆਨਲਾਈਨ ਹੀ ਚੱਲਣੀ ਹੈ, ਤੇ ਮੋਲੇ ਫਰਾਈਡੇ ਵੀ। ਤਾਂ ਤੁਸੀਂ ਉਦੋਂ ਤੱਕ ਖੁਸ਼ ਰਹੋ, ਪ੍ਰਭੂ ਦੇ ਲਾਗੇ ਰਹੋ, ਆਮੇਨ। ਤੇ ਪ੍ਰਭੂ ਤੁਹਾਨੂੰ ਬਹੁਤ ਸਾਰੇ ਬਲੇਸਿੰਗ ਦੇਵੇ। ਪ੍ਰਭੂ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ, ਤੁਸੀਂ ਉਹਨਾਂ ਦੇ ਦਿਲ ਦੇ ਕਰੀਬ ਆ। ਸੋ ਆਪਣੇ ਤੇ ਕੋਈ ਦੋਸ਼ ਨਹੀਂ ਲਾਉਣਾ, ਪਰ ਜਿੱਦਾਂ ਦੀ ਹਾਲਾਤ ਵਿੱਚ ਹੈਗੇ ਆ ਉੱਥੋਂ ਉੱਠ ਕੇ ਪ੍ਰਭੂ ਦੇ ਨਾਲ ਜੁੜ ਜਾਓ, ਕਿਉਂਕਿ ਪ੍ਰਭੂ ਆਪਣਾ ਬਹੁਤ ਪਿਆਰ ਵਾਲਾ ਪਰਮੇਸ਼ਰ। ਸੋ ਅਸੀਂ ਤੁਹਾਨੂੰ ਸਾਰਿਆਂ ਨੂੰ ਬਲੈਸ ਕਰਦੇ ਹਾਂ। ਪ੍ਰਭੂ ਤੁਹਾਨੂੰ ਆਉਣ ਵਾਲੇ ਟਾਈਮ ਤੱਕ, ਜੇ ਯਿਸੂ ਮਸੀਹ ਨਹੀਂ ਆਏ ਤਾਂ ਬਲੈਸ ਰੱਖੇ। ਆਮੇਨ। ਜੈ ਮਸੀਹ। ਜੈ ਮਸੀਹ, ਜੈ ਮਸੀਹ। Praise God. Thank you, Father. Praise you.